ਡਾਕਟਰ ਸਾਹਿਬ ਆਪਾਂ ਬਾਬਾ ਨਾਨਕ ਦੀ ਫਿਲਾਸਫੀ ਦੀ ਗੱਲ ਕਰ ਰਹੇ ਸੀ। ਤੁਸੀਂ ਸਮਝਾ ਰਹੇ ਸੀ ਕਿ ਸਾਡੇ ਕਥਾਕਾਰਾਂ ਨੇ ਜਾਂ ਸਾਡੇ ਧਰਮ ਦੇ ਪੈਰੋਕਾਰਾਂ ਨੇ ਫਿਲਾਸਫੀ ਨੂੰ ਵਿਗਾੜ ਕੇ ਇਸ ਤਰ੍ਹਾਂ ਸਾਡੇ ਸਾਹਮਣੇ ਲੈ ਆਂਦਾ ਕਿ ਬਾਬੇ ਨਾਨਕ ਦੀ ਅਸਲ ਫਿਲਾਸਫੀ ਜਿਹੜੀ ਉਹ ਸਾਡੇ ਤੱਕ ਪਹੁੰਚੀ ਨਹੀਂ। ਜੇ ਪਹੁੰਚੀ ਵੀ ਹੈ ਤੇ ਅਸੀਂ ਉਹਨੂੰ ਅਪਣਾ ਨਹੀਂ ਸਕੇ ਕਿਤੇ ਨਾ ਕਿਤੇ। ਫਿਲਾਸਫੀ ਬਦਲੀ ਜਦੋਂ ਬਾਅਦ ਦੇ ਵਿੱਚ ਤੁਸੀਂ ਪਹਿਲਾਂ ਹੀ ਇਹ ਗੱਲ ਕੀਤੀ ਕਿ ਜਿਸ ਵਕਤ ਇਹ ਧਰਮ ਜਿਹੜਾ ਲੋਕਾਂ ਦੇ ਹੱਥਾਂ ਦੇ ਵਿੱਚ ਐਜ਼ ਏ ਮਤਲਬ ਹੱਥਾਂ ਦੇ ਵਿੱਚ ਇੱਕ ਪੈਸਾ ਬਣਾਉਣ ਦਾ ਸਾਧਨ ਬਣ ਜਾਂਦਾ, ਫਿਰ ਇਹ ਧਰਮ ਜਿਹੜੇ ਨੇ ਕੋਈ ਵੀ ਧਰਮ ਹਿੰਦੁਸਤਾਨ ਦੇ ਵਿੱਚ ਮੁਸਲਿਮ ਧਰਮ ਨੂੰ ਪਿਛਲੇ ਕੋਈ ਕਮ ਸੇ ਕਮ ਮੈਂ ਸਮਝਦਾ 100 ਸਾਲ ਤੋਂ ਐਕਸਪਲੋਇਟ ਕੀਤਾ ਜਾ ਰਿਹਾ। ਜਿਹੜੀ ਫਿਲਾਸਫੀ ਸੀਗੀ ਆਪਣੇ ਕੁਰਾਨ ਦੀ, ਉਸ ਫਿਲਾਸਫੀ ਨੂੰ ਕਿਸ ਢੰਗ ਦੇ ਨਾਲ ਇੰਟਰਪ੍ਰੀਟ ਕੀਤਾ ਗਿਆ। ਅੱਜ ਤੋਂ 5 ਸਾਲ ਪਹਿਲਾਂ ਜਦੋਂ ਵੀ ਕੋਈ ਮੁਜ਼ਾਹਰੇ ਹੁੰਦੇ ਸੀਗੇ ਪਾਕਿਸਤਾਨ ਦੇ ਵਿੱਚ, ਉਸ ਮੁਜ਼ਾਹਰਿਆਂ ਦੇ ਵਿੱਚ ਆਰਮੀ ਦੀ ਜ਼ਿੰਦਾਬਾਦ ਦੇ ਨਾਰੇ ਲੱਗਦੇ ਸੀਗੇ ਜੀ। ਜਦੋਂ ਇਮਰਾਨ ਖਾਨ ਆਇਆ, ਅੱਜ ਜਿਹੜੇ ਲੋਕ ਨੇ ਪਾਕਿਸਤਾਨ ਦੇ ਉਹ ਆਰਮੀ ਦੇ ਅਗੇਂਸਟ ਖੜੇ ਹੋ ਗਏ ਨੇ। ਅੱਜ ਇਮਰਾਨ ਖਾਨ is the most popular leader of Pakistan, that goes without saying। ਹਾਲਾਂਕਿ ਉਹਦਾ ਕੋਈ ਵਿਜ਼ਨ ਨਹੀਂ ਹੈਗਾ। he will prove again the worst prime minister of Pakistan, ਕਿਉਂਕਿ ਉਹਨੂੰ ਇਕਨੋਮੀ ਦਾ ਕੁਝ ਨਹੀਂ ਪਤਾ। ਮੈਂ ਸਮਝਦਾ ਹਿੰਦੁਸਤਾਨ ਦੇ ਵਿੱਚ 2 ਲੀਡਰ ਨੇ ਜਿਨ੍ਹਾਂ ਨੂੰ ਮੈਂ ਅਗਰ ਪਦਵੀ ਦੇਣਾ ਚਾਹਾਂ ਤੇ ਝੂਠ ਦੇ ਵਿੱਚ ਉਹ ਨੰਬਰ 1 ਨੇ ਇਤਿਹਾਸ ਦੇ ਵਿੱਚ। ਇੱਕ ਕੇਜਰੀਵਾਲ ਔਰ ਦੂਜਾ ਮੋਦੀ। ਇਹ 2 ਬੰਦੇ ਮਤਲਬ ਦੁਨੀਆ ਦੇ ਵਿੱਚ ਅਗਰ ਕਿਸੇ ਨੂੰ ਦੇਣਾ ਹੋਵੇ ਨਾ ਕੋਈ ਬਹੁਤ ਵੱਡਾ ਖਿਤਾਬ, ਤੇ 2 ਬੰਦੇ ਡਿਜ਼ਰਵ ਕਰਦੇ। ਆਪਾਂ ਜੇ ਇਕੱਲੇ ਦਾ ਨਾਂ ਲਈਏ, ਸਭ ਤੋਂ ਜ਼ਿਆਦਾ ਰਿਸਪੈਕਟ ਅਸੀਂ ਕਹਿੰਦੇ ਹਾਂ ਮਹਾਤਮਾ ਗਾਂਧੀ ਸਾਨੂੰ ਮਿਲੀ ਤੇ ਉਹਨਾਂ ਨੂੰ ਰਾਸ਼ਟਰਪਿਤਾ ਦਾ ਖਿਤਾਬ ਦਿੱਤਾ, ਪਰ ਆਫੀਸ਼ਲੀ ਤੇ ਉਹ ਵੀ ਕਿਸੇ ਨੇ ਨਹੀਂ ਦਿੱਤਾ। ਕਿਤੇ ਪਾਰਲੀਮੈਂਟ 'ਚ ਮਤਾ ਪਾ ਕੇ ਜਾਂ ਕਿਤੇ ਕਰਕੇ ਇਹ ਨਹੀਂ ਕਿਹਾ। ਠੀਕ ਹੈ, ਨੋਟਾਂ 'ਤੇ ਉਹਨਾਂ ਦੀ ਤਸਵੀਰ ਲੱਗਦੀ ਆ, ਅਸੀਂ ਸਾਰੇ ਮੰਨਦੇ ਹਾਂ ਕਿ ਉਹ ਰਾਸ਼ਟਰਪਿਤਾ ਨੇ, ਪਰ ਉਹਨਾਂ ਨੂੰ ਵੀ ਉਹ ਓਨਰ ਜਿਹੜਾ ਵਾ ਕਿਤੇ ਆਫੀਸ਼ਲੀ ਜਾਂ ਲੀਗਲੀ ਨਹੀਂ ਦਿੱਤਾ ਗਿਆ। ਇਹਨਾਂ 2 ਵਿਅਕਤੀਆਂ ਨੂੰ ਭਾਵੇਂ ਲਾਈਵ ਟਰੈਕਟਰ ਤੇ ਬਿਠਾ ਲਓ, ਉਹ ਫੇਲ ਹੋ ਜਾਣਾ ਜੀ। ਉਹ ਫੇਲ ਹੋ ਜਾਣਾ। ਇਹ ਉਹਨਾਂ ਤੋਂ ਤਿੱਖੇ ਆ, ਉਹਨਾਂ ਮਸ਼ੀਨਾਂ ਤੋਂ ਅੱਗੇ ਲੰਘੇ ਹੋਏ ਮਨੁੱਖ ਨੇ, ਇਹਨਾਂ ਨੂੰ ਕੁਝ ਨਹੀਂ ਹੋਣ ਲੱਗਾ। ਹਾਲਾਤ ਇੱਦਾਂ ਦੇ ਬਣੇ ਆ ਕਿ ਜੋ ਤੁਸੀਂ ਮਰਜ਼ੀ ਪੁੱਠੇ ਸਿੱਧੇ ਹੋ ਲਓ, ਤੁਹਾਡੇ ਕੋਲ ਤੇ ਪੱਲੇ ਕੱਖ ਨਹੀਂ। ਇਹਦੇ ਨਾਲੋਂ ਤੇ ਇੰਡੀਆ 'ਚ ਅਸੀਂ ਸੌਖੀ ਜ਼ਿੰਦਗੀ ਜੀਨੇ ਆ। ਤੁਹਾਡੇ ਕੋਲ ਤੇ ਨਾ ਇਹ 2 ਦਿਨ ਦੇ ਪੈਸੇ ਨਹੀਂ ਹੈਗੇ ਤੁਹਾਡੇ ਕੋਲ ਅਗਲੇ ਕੰਮ ਕਰਨ ਲਈ। ਜੋ ਕੁਝ ਕਮਾਉਂਦੇ ਹੋ ਸਾਰਾ ਕੁਝ ਮੌਰਗੇਜ ਤੇ ਇੱਧਰ ਉੱਧਰ ਵੜ ਜਾਂਦਾ। ਹੁਣ ਤੇ ਹਾਲਤ ਇਹ ਪਏ ਆ ਵੀ ਗਰੋਸਰੀ ਵੀ, ਟਮਾਟਰ ਲੈਣੇ ਹੁਣ ਤੇ 3 ਵਾਰੀ ਚੁੱਕ ਕੇ ਲੇਡੀਜ਼ ਰੱਖ ਦਿੰਦੀਆਂ, ਨਹੀਂ ਇਹ ਮਹਿੰਗੇ ਆ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ, ਮੇਰੀ ਧਰਤੀ ਮੇਰੇ ਲੋਕ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਮੇਰੇ ਨਾਲ ਅੱਜ ਜੁੜੇ ਨੇ ਕਾਫੀ ਦਿਨਾਂ ਬਾਅਦ ਡਾਕਟਰ ਰਣਵੀਰ ਸ਼ਾਰਦਾ ਹੈਰੀ। ਬਹੁਤ ਸਾਰੀਆਂ ਇੰਟਰਨੈਸ਼ਨਲ ਖਬਰਾਂ ਨੂੰ ਅਸੀਂ ਮਿਸ ਕਰਦੇ ਰਹਿੰਦੇ ਹਾਂ ਜਦੋਂ ਡਾਕਟਰ ਸਾਹਿਬ ਨਹੀਂ ਹੁੰਦੇ, ਅਤੇ ਅੱਜ ਇਹਨਾਂ ਕੋਲ ਕਾਫੀ ਸਾਰੀਆਂ ਉਹਨਾਂ ਖਬਰਾਂ 'ਤੇ ਵੀ ਝਾਤ ਮਾਰਾਂਗੇ ਜਿਹੜੀਆਂ ਪਿਛਲੇ ਕੁਝ ਸਮੇਂ ਤੋਂ ਅਸੀਂ ਨਹੀਂ ਲੈ ਸਕੇ। ਆਪਣੇ ਦਰਸ਼ਕਾਂ ਦਾ ਅਤੇ ਬਾਕੀ ਡਾਕਟਰ ਸਾਹਿਬ ਦਾ ਸਵਾਗਤ ਵੀ ਕਰਦੇ ਹਾਂ। ਅਤੇ ਅੱਜ ਬਾਬੇ ਨਾਨਕ ਦਾ ਗੁਰਪੁਰਬ ਹੈ, ਉਹ ਸਾਰੇ ਜਗਤ ਨੂੰ ਉਹਦੀ ਅਸੀਂ ਵਧਾਈ ਦਿੰਦੇ ਹਾਂ ਆਪਣੇ ਪਲੇਟਫਾਰਮ ਤੋਂ। ਜੀ ਬਹੁਤ ਬਹੁਤ ਧੰਨਵਾਦ। ਵਾਕਈ ਗੁਰੂ ਨਾਨਕ ਦੇਵ ਜੀ ਨੂੰ ਜਿੰਨਾ ਵੀ ਯਾਦ ਕੀਤਾ ਜਾਏ ਉਹਨਾਂ ਘੱਟ ਹੈ। ਜਿਹੜੀ ਉਹਨਾਂ ਦੀ ਫਿਲਾਸਫੀ ਸੀਗੀ ਉਹ ਹਿਊਮੈਨਿਟੀ ਦੀ ਫਿਲਾਸਫੀ ਸੀ। ਔਰ ਮੈਨੂੰ ਤਾਂ ਕਈ ਲੱਗਦਾ ਕਿ ਗੁਰੂ ਨਾਨਕ ਜੀ ਦੀ ਫਿਲਾਸਫੀ ਨੂੰ ਜੀ ਜਿਹੜਾ ਸੋ ਕਾਲਡ ਮਾਰਕਸ ਹੈ ਜੀ, ਉਹਨੇ ਤਾਂ ਬਾਅਦ 'ਚ ਅਡੋਪਟ ਕੀਤਾ। ਉਸ ਤੋਂ ਪਹਿਲਾਂ ਸਵਾਮੀ ਦਇਆਨੰਦ ਨੇ ਉਹਨਾਂ ਦੀ ਫਿਲਾਸਫੀ ਨੂੰ ਫੋਲੋ ਕੀਤਾ, ਜਿਨ੍ਹਾਂ ਨੇ ਆਰਿਆ ਸਮਾਜ ਬਣਾਇਆ ਸੀ। ਔਰ ਉਹਦੇ ਬਾਅਦ ਉਹਨਾਂ ਦੀ ਫਿਲਾਸਫੀ ਨੂੰ ਮੈਨੂੰ ਇਹ ਲੱਗਦਾ ਕਿ ਕਾਰਲ ਮਾਰਕਸ ਨੇ, ਭਾਵੇਂ ਕਮਿਊਨਿਸਟ ਮੇਰੇ ਨਾਲ ਨਾਰਾਜ਼ ਹੋ ਜਾਣ, ਤੁਹਾਡੇ ਬੜੇ ਮਿੱਤਰ ਨੇ ਕਮਿਊਨਿਸਟ ਪ੍ਰੋਗਰਾਮ ਇਸ ਵੇਲੇ ਦੇਖ ਰਹੇ ਨੇ ਜੀ ਕਾਮਰੇਡ, ਲੇਕਿਨ ਫਿਲਾਸਫੀ ਕਾਰਲ ਮਾਰਕਸ ਦੀ ਕੋਈ ਨਹੀਂ ਸੀ। ਫਿਲਾਸਫੀ ਬੇਸਿਕਲੀ ਜਿਹੜੀ ਸੀਗੀ ਉਹ ਗੁਰੂ ਨਾਨਕ ਦੇਵ ਜੀ ਨੇ ਦਿੱਤੀ ਸੀਗੀ ਕਿ ਦੁਨੀਆ ਦੇ ਵਿੱਚ ਕਿੱਦਾਂ ਪਿਆਰ ਦੇ ਨਾਲ ਔਰ ਕਿੱਦਾਂ ਅਸੀਂ ਇੱਕ ਦੂਜੇ ਦੇ ਮਤਲਬ ਕੰਮ ਆ ਸਕਦੇ ਹਾਂ, ਔਰ ਕਿਸ ਤਰ੍ਹਾਂ ਅਸੀਂ ਆਪਣੇ ਸਾਰੇ ਜਿਹੜੇ ਸਾਡੇ ਰਿਸੋਰਸਿਸ ਨੇ ਉਹਨਾਂ ਨੂੰ ਵੰਡ ਕੇ
ਹਿਊਮੈਨਿਟੀ ਨੂੰ ਉੱਪਰ ਚੁੱਕ ਸਕਦੇ ਆ। 10% ਜਿਹੜੀ ਤੁਹਾਡੀ ਆਪਣੀ ਕਿਰਤ ਹੈ ਉਸ ਨੂੰ ਕਿੱਦਾਂ ਤੁਸੀਂ ਲੋਕਾਂ ਦੇ ਸੇਵਾ ਲਈ ਜਿਹੜੀ ਹੈ ਉਹ ਦੇਣੀ ਹੈ। ਲੇਕਿਨ ਅਫਸੋਸ ਇਹ ਹੈ ਕਿ ਅੱਜ ਉਹ ਹੀ ਉਹਨਾਂ ਦੇ ਜਿਹੜੇ ਫਾਲੋਅਰ ਨੇ ਉਹ 10% ਕਿਰਤ ਤੇ ਲੈ ਲੈਂਦੇ ਨੇ, ਲੇਕਿਨ ਆਪਣੀਆਂ ਜੇਬਾਂ 'ਚ ਪਾ ਲੈਂਦੇ ਨੇ। ਜੀ ਨਾਨਕ ਦੀ ਫਿਲਾਸਫੀ ਤੋਂ ਲਗਭਗ ਸਿੱਖ ਜਗਤ ਤੇ ਦੂਰ ਹੈ ਹੀ ਹੈ। ਬਾਕੀ ਦੁਨੀਆ ਨੇ ਵੀ ਕੋਈ ਬਹੁਤਾ ਜ਼ਿਆਦਾ ਸ਼ਾਇਦ ਉਹ ਸਬਕ ਨਹੀਂ ਸਿੱਖਿਆ, ਉਹਨੂੰ ਅੱਗੇ ਨਹੀਂ ਵਧਾਇਆ। ਜਿਵੇਂ ਤੁਸੀਂ ਕਿਹਾ ਕਿ ਮਾਰਕਸ ਦੀ ਜਿਹੜੀ ਆ ਆਮ ਤੌਰ ਤੇ ਕਿਹਾ ਜਾਂਦਾ ਰਿਹਾ ਇਹ ਮਾਰਕਸ ਤੋਂ ਪਹਿਲਾਂ ਸਵਾਮੀ ਦਇਆਨੰਦ, ਹਾਂ, ਸਵਾਮੀ ਦਇਆਨੰਦ ਹੋਰਾਂ ਨੇ ਵੀ ਆਰੀਆ ਸਮਾਜ ਦੀ ਸਥਾਪਨਾ ਵੇਲੇ ਬਰਾਬਰਤਾ ਤੇ ਸਾਰਾ ਸੰਦੇਸ਼ ਦਿੱਤੇ ਨੇ, ਉਹ ਬਹੁਤ ਵਧੀਆ। ਪਰ ਹੁੰਦਾ ਇਹ ਹੈ ਡਾਕਟਰ ਸਾਹਿਬ, ਪਤਾ ਨਹੀਂ ਕੀ ਗੱਲ ਹੈ, ਜਦੋਂ ਧਰਮ ਦਾ ਚਾਸਨੀ ਚੜ੍ਹ ਜਾਂਦੀ ਹੈ ਨਾ ਕਿਸੇ ਚੀਜ਼ ਤੇ, ਉਦੋਂ ਚੀਜ਼ਾਂ ਗਲਤ ਰੁਖ ਅਖਤਿਆਰ ਕਰ ਲੈਂਦੀਆਂ ਨੇ। ਹੌਲੀ ਹੌਲੀ ਕੱਟੜਪਣ, ਕੁਛ ਨਾ ਐਸੀਆਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਹਦਾ ਮੂਲ ਸਿਧਾਂਤ ਜਿਹੜੇ ਹੁੰਦੇ ਆ ਫਿਲਾਸਫੀ ਦੇ, ਉਹ ਕਿਤੇ ਗੌਣ ਹੋ ਕੇ ਰਹਿ ਜਾਂਦੇ ਆ। ਬੇਸਿਕਲੀ ਅਸੀਂ ਇਹ ਦੇਖਿਆ ਕਿ ਧਰਮ ਜਦੋਂ ਛਾ ਜਾਂਦਾ ਔਰ ਲੋਕ ਵੀ ਉਸ ਫਿਲਾਸਫੀ ਨੂੰ, ਧਰਮ ਦੀ ਜਿਹੜੀ ਮਤਲਬ ਅਗਰੈਸਿਵ ਫਿਲਾਸਫੀ ਆ, ਉਸ ਨੂੰ ਐਕਸੈਪਟ ਕਰਨਾ ਸ਼ੁਰੂ ਕਰ ਦਿੰਦੇ ਨੇ। ਜੀ ਮੈਂ ਹੈਰਾਨ ਹੁੰਦਾ, ਮੈਂ ਬਹੁਤ ਮਤਲਬ ਜਿਹੜੇ ਕਥਾਕਾਰ ਨੇ ਉਹਨਾਂ ਦੀਆਂ ਮੈਂ ਕਥਾਵਾਂ ਪਿਛਲੇ 2 ਸਾਲਾਂ ਤੋਂ ਸੁਣਨੀਆਂ ਸ਼ੁਰੂ ਕੀਤੀਆਂ ਹੋਈਆਂ ਨੇ। ਮੈਂ ਹੈਰਾਨ ਹੋ ਜਾਂਦਾ ਕਿ ਉਹਨਾਂ ਦੇ ਵਿੱਚ 1% ਵੀ ਨਾਨਕ ਦੀ ਫਿਲਾਸਫੀ ਨਹੀਂ ਹੁੰਦੀ, ਨਾਟ ਈਵਨ 1%। ਜੀ, ਜਿਸ ਤਰ੍ਹਾਂ ਦੀਆਂ ਉਹ ਕਹਾਣੀਆਂ ਬਣਾਉਂਦੇ ਨੇ, ਜਿਸ ਤਰ੍ਹਾਂ ਦੀਆਂ ਉਹ ਕਹਾਵਤਾਂ ਬਣਾਉਂਦੇ ਨੇ, ਮੈਂ ਹੈਰਾਨ ਹੋ ਜਾਂਦਾ ਕਿ ਅਗਰ ਅੱਜ ਗੁਰੂ ਨਾਨਕ ਜੀ ਇੱਥੇ ਜ਼ਮੀਨ ਦੇ ਉੱਪਰ ਆ ਕੇ ਦੇਖਣ ਤੇ ਉਹਨਾਂ ਦੇ ਅੱਖਾਂ ਦੇ ਵਿੱਚੋਂ ਆਂਸੂ ਆ ਜਾਣ ਕਿ ਇਹ ਕਰਦੇ ਕੀ ਪਏ ਨੇ ਮੇਰੇ ਨਾਮ ਦੇ ਵਿੱਚ। ਡਾਕਟਰ ਸਾਹਿਬ, ਆਪਾਂ ਬਾਬਾ ਨਾਨਕ ਦੀ ਫਿਲਾਸਫੀ ਦੀ ਗੱਲ ਕਰ ਰਹੇ ਸੀ, ਤੁਸੀਂ ਸਮਝਾ ਰਹੇ ਸੀ ਕਿ ਸਾਡੇ ਕਥਾਕਾਰਾਂ ਨੇ ਜਾਂ ਸਾਡੇ ਧਰਮ ਦੇ ਪੈਰੋਕਾਰਾਂ ਨੇ ਫਿਲਾਸਫੀ ਨੂੰ ਵਿਗਾੜ ਕੇ ਇਸ ਤਰ੍ਹਾਂ ਸਾਡੇ ਸਾਹਮਣੇ ਲੈ ਆਂਦਾ ਕਿ ਬਾਬੇ ਨਾਨਕ ਦੀ ਅਸਲ ਫਿਲਾਸਫੀ ਜਿਹੜੀ ਉਹ ਸਾਡੇ ਤੱਕ ਪਹੁੰਚੀ ਨਹੀਂ। ਜੇ ਪਹੁੰਚੀ ਵੀ ਹੈ ਤੇ ਅਸੀਂ ਉਹਨੂੰ ਅਪਣਾ ਨਹੀਂ ਸਕੇ ਕਿਤੇ ਨਾ ਕਿਤੇ। ਨਹੀਂ, ਫਿਲਾਸਫੀ ਤੇ ਪਹੁੰਚੀ। ਫਿਲਾਸਫੀ ਨੂੰ ਬਾਕੀ 9 ਗੁਰੂਆਂ ਨੇ ਬਕਾਇਦਾ ਉਹਨਾਂ ਦੀ ਫਿਲਾਸਫੀ ਨੂੰ ਫੋਲੋ ਵੀ ਕੀਤਾ। 10ਵੇਂ ਗੁਰੂ ਜੀ ਆਪਣੇ ਜਿਹੜੇ ਹਿਸਾਬ ਦੇ ਨਾਲ ਉਹਨਾਂ ਨੇ ਜਦੋਂ ਸਿੱਖ ਬਣਾਇਆ ਤੇ ਉਹਨਾਂ ਦੀ ਫਿਲਾਸਫੀ 'ਚ ਥੋੜਾ ਕੁ ਉਹਨਾਂ ਨੇ ਫਰਕ ਜ਼ਰੂਰ ਪਾਇਆ, ਲੇਕਿਨ ਫਿਲਾਸਫੀ ਨਹੀਂ ਬਦਲੀ ਸੀਗੀ। ਫਿਲਾਸਫੀ ਬਦਲੀ ਜਦੋਂ ਬਾਅਦ ਦੇ ਵਿੱਚ, ਤੁਸੀਂ ਪਹਿਲਾਂ ਹੀ ਇਹ ਗੱਲ ਕੀਤੀ ਕਿ ਜਿਸ ਵਕਤ ਇਹ ਧਰਮ ਜਿਹੜਾ ਲੋਕਾਂ ਦੇ ਹੱਥਾਂ ਦੇ ਵਿੱਚ ਐਜ਼ ਏ ਮਤਲਬ ਹੱਥਾਂ ਦੇ ਵਿੱਚ ਇੱਕ ਪੈਸਾ ਬਣਾਉਣ ਦਾ ਸਾਧਨ ਬਣ ਜਾਂਦਾ, ਫਿਰ ਇਹ ਧਰਮ ਜਿਹੜੇ ਨੇ, ਕੋਈ ਵੀ ਧਰਮ ਹੋਵੇ, ਅੱਜ ਹਿੰਦੂ ਧਰਮ ਨੂੰ ਕਿਸ ਤਰੀਕੇ ਨਾਲ ਐਕਸਪਲੋਇਟ ਕੀਤਾ ਜਾ ਰਿਹਾ ਹਿੰਦੁਸਤਾਨ ਦੇ ਵਿੱਚ, ਮੁਸਲਿਮ ਧਰਮ ਨੂੰ ਪਿਛਲੇ ਕੋਈ ਕਮ ਸੇ ਕਮ ਮੈਂ ਸਮਝਦਾ 100 ਸਾਲ ਤੋਂ ਐਕਸਪਲੋਇਟ ਕੀਤਾ ਜਾ ਰਿਹਾ। ਜਿਹੜੀ ਫਿਲਾਸਫੀ ਸੀਗੀ ਆਪਣੇ ਕੁਰਾਨ ਦੀ, ਉਸ ਫਿਲਾਸਫੀ ਨੂੰ ਕਿਸ ਢੰਗ ਦੇ ਨਾਲ ਇੰਟਰਪ੍ਰੈਟ ਕੀਤਾ ਗਿਆ। ਏਦਾਂ ਹੀ ਕ੍ਰਿਸਚੈਨਿਟੀ ਦੇ ਵਿੱਚ ਦੇਖੋ ਤੁਸੀਂ ਕਿੰਨੇ ਧਰਮ ਬਣ ਗਏ, ਕਿਸ ਤਰੀਕੇ ਨਾਲ ਉਹਦੇ ਵਿੱਚ ਵੀ ਐਕਸਟ੍ਰੀਮਿਜ਼ਮ ਆ ਗਿਆ। ਸੋ ਜਿੰਨੀਆਂ ਵੀ ਧਰਮ ਆਏ ਨੇ, ਤੁਸੀਂ ਇਹ ਦੇਖੋ ਬੁੱਧ ਧਰਮ ਆਪਣੇ ਨੂੰ ਕਹਿੰਦਾ ਜੀ ਅਸੀਂ ਸਭ ਤੋਂ ਪੀਸਫੁਲ ਹਾਂ। ਬੁੱਧ ਧਰਮ ਨੇ ਜਿੰਨੇ ਜ਼ਿਆਦਾ ਜ਼ਾਲਮ ਕੰਮ ਕੀਤੇ ਨੇ, ਹਾਂਜੀ, ਤੁਸੀਂ ਸ਼੍ਰੀਲੰਕਾ ਦੇ ਵਿੱਚ ਦੇਖ ਲਓ, ਤੁਸੀਂ ਬਰਮਾ ਦੇ ਵਿੱਚ ਦੇਖ ਲਓ, ਤੁਸੀਂ ਵੀਅਤਨਾਮ ਦੇ ਵਿੱਚ ਦੇਖ ਲਓ, ਤੁਸੀਂ ਚਾਈਨਾ 'ਚ ਦੇਖ ਲਓ, ਤੁਸੀਂ ਜਾਪਾਨ ਦੇ ਜਿਹੜੇ ਹੈਗੇ ਨੇ ਮਤਲਬ ਫਾਲੋਅਰ, ਉਹਨਾਂ ਨੂੰ ਦੇਖ ਲਓ, ਕਿੰਨੇ ਖੁੰਖਾਰ ਉਹ ਪੈਦਾ ਹੋਏ ਨੇ। ਸੋ ਇਸ ਕਰਕੇ ਧਰਮ ਨੂੰ ਐਕਸਪਲੋਇਟ ਕਰਨਾ, ਲੋਕਾਂ ਦਾ ਜਿਹੜੇ ਸੋ ਕਾਲਡ ਜਿਹੜੇ ਆਪਣੇ ਆਪ ਨੂੰ ਫਾਇਦਾ ਉਠਾਉਣਾ ਚਾਹੁੰਦੇ ਨੇ ਉਹ ਤੇ ਕਰਦੇ ਨੇ, ਲੇਕਿਨ ਜਿਹੜੇ ਲੋਕ ਉਹਨਾਂ ਨੂੰ ਫੋਲੋ ਕਰਦੇ ਨੇ, ਹਾਂਜੀ, ਉਹ ਬਹੁਤ ਖਤਰਨਾਕ ਗੱਲ ਹੈ। ਚਲੋ ਆਪਾਂ ਬਾਬੇ ਨਾਨਕ ਦੇ ਜਿਹੜੇ ਅਪਣਾਏ ਰਸਤੇ ਤੇ ਜੇ ਕੋਈ ਚੱਲ ਸਕਦਾ ਹੈ ਤੇ ਬਹੁਤ ਵੱਡੀ ਗੱਲ ਹੈ। ਥੋੜਾ ਬਹੁਤ ਜਿਹੜਾ ਚਲੋ ਇਹ ਦਿਨ ਆਉਂਦੇ ਨੇ ਤੇ ਆਪਾਂ ਯਾਦ ਕਰ ਲੈਂਦੇ ਹਾਂ ਤੇ ਇੱਕ ਵਾਰੀ ਫਿਰ ਉਹਨਾਂ ਦੀਆਂ ਸਿੱਖਿਆਵਾਂ ਜਿਹੜੀਆਂ ਤਰੋ ਤਾਜ਼ਾ ਹੋ ਜਾਂਦੀਆਂ। ਕਹਿਣ ਨੂੰ ਤੇ ਆਪਾਂ ਇਹ ਕਹਿੰਦੇ ਹਾਂ ਕਿ ਅਸੀਂ ਬਾਬੇ ਨਾਨਕ ਨੂੰ ਤੇ ਸਾਰੇ ਮੰਨਦੇ ਹਾਂ, ਪਰ ਬਾਬੇ ਨਾਨਕ ਦੀ ਕੋਈ ਗੱਲ ਨਹੀਂ ਮੰਨਦੇ। ਬਾਬੇ ਨਾਨਕ ਨੇ ਜੋ ਕਿਹਾ ਉਹਨੂੰ ਨਹੀਂ ਅਸੀਂ ਮੰਨਦੇ। ਉਹਨਾਂ ਨੂੰ ਜ਼ਰੂਰ ਮੰਨਦੇ ਹਾਂ, ਮੱਥੇ ਟੇਕਦੇ ਹਾਂ, ਨੱਕ ਰਗੜਦੇ ਹਾਂ, ਬੜਾ ਕੁਝ ਕਰਦੇ ਹਾਂ, ਪਰ
ਜੋ ਉਹਨਾਂ ਕਿਹਾ ਉਹਨਾਂ ਦੀ ਕੋਈ ਗੱਲ ਨਹੀਂ ਮੰਨਦੇ ਸੀ। ਬਾਬਾ ਨਾਨਕ ਤੇ ਹਰ ਆਦਮੀ ਨੂੰ ਜੱਫੀ ਪਾਉਂਦਾ ਸੀ। ਜੀ ਇੱਥੇ ਦੇ ਉਹ ਕਹਿੰਦੇ ਨੇ ਤੁਸੀਂ ਝੁਕੋ, ਹਾਂਜੀ, ਔਰ ਇੱਥੇ ਇਹਦੇ ਗਲਿਆਰੇ ਦੇ ਵਿੱਚ ਪੈਸੇ ਪਾਓ। ਕੋਈ ਵੀ ਹੋਵੇ, ਆਈ ਐਮ ਨਾਟ ਟਾਕਿੰਗ ਅਬਾਊਟ ਸਿੱਖੀਜ਼ਮ ਓਨਲੀ, ਇਟ ਇਜ਼ ਇਨ ਐਵਰੀ ਰਿਲੀਜਨ। ਹਾਂਜੀ, ਦਿਸ ਇਜ਼ ਵਾਟ ਇਟ ਇਜ਼ ਹੈਪਨਿੰਗ। ਖੈਰ ਐਨੀਵੇ, ਤੁਹਾਡੀ ਵੀ ਜਿਹੜੀ 10 ਆਪਣੀ ਜਿਹੜੀ ਤੁਸੀਂ ਕਰਦੇ ਹੋ ਬਰਕਤ, ਉਹਦੇ ਵਿੱਚੋਂ 10% ਜਿਹੜਾ ਤੁਸੀਂ ਮੈਨੂੰ ਹੁਣ ਲੈਪਟਾਪ ਖਰੀਦ ਕੇ ਦੇਣਾ। ਚੰਗਾ ਜੀ। ਜੀ ਡਾਕਟਰ ਸਾਹਿਬ, ਅੱਛਾ ਡਾਕਟਰ ਸਾਹਿਬ, ਆਪਾਂ ਅਗਲੀ ਖਬਰ ਵੱਲ ਵਧਦੇ ਹਾਂ। ਇੰਟਰਨੈਸ਼ਨਲ ਹਾਲਾਤ ਜਿਹੜੇ ਆ, ਆਪਾਂ ਹਰ ਵਾਰੀ ਗੱਲ ਕਰਦੇ ਹਾਂ ਕਿ ਦੁਨੀਆ 'ਚ ਕਿਤੇ ਨਾ ਕਿਤੇ, ਸਵਾਏ ਆ ਬ੍ਰਾਜ਼ੀਲ 'ਚ ਇੱਕ ਕ੍ਰਿਸ਼ਮਾ ਹੋਇਆ ਕਿ ਇੱਕ ਲੈਫਟ ਵਾਲਾ ਵਿਅਕਤੀ ਆ ਗਿਆ। ਤੁਸੀਂ ਉਹਨੂੰ ਉਸ ਤਰੀ ਐਂਗਲ ਤੋਂ ਨਹੀਂ ਲੈਣਾ ਜਿੱਦਾਂ ਆਪਾਂ ਕਰਦੇ ਹੁੰਦੇ, ਲੈਫਟ ਦੀ ਤੇ ਉਹਦੀ ਰਾਈਟ ਦੀ ਕੋਈ ਸਮੱਸਿਆ। ਦੁਨੀਆ ਦੇ ਜਿੱਦਾਂ ਦਾ ਵਿਹਾਰ ਚੱਲ ਰਿਹਾ, ਤੇ ਖਾਸ ਕਰਕੇ ਡੋਨਲਡ ਟਰੰਪ ਵਾਲਾ ਜਿਹਾ ਫਨੋਮਨਾ ਆਇਆ, ਕਿਉਂਕਿ ਦੁਨੀਆ ਨੂੰ ਲੀਡ ਕਰਦਾ ਅੱਜ ਵੀ ਅਮਰੀਕਾ। ਸਾਰੀ ਦੁਨੀਆ ਅਮਰੀਕਾ ਵੱਲ ਵੇਖਦੀ ਆ। ਅਮਰੀਕਨ ਡ੍ਰੀਮ ਵੀ ਅਸੀਂ ਅੱਜ ਤੱਕ ਕਹਿੰਦੇ ਹਾਂ, ਭਾਵੇਂ ਕਈ ਮੁਲਕ ਤੋਂ ਅੱਗੇ ਵੀ ਹੋਣ, ਹਰ ਇੱਕ ਵਿਅਕਤੀ ਦਾ ਡ੍ਰੀਮ ਹੈ ਕਿ ਅਮਰੀਕਾ ਪਹੁੰਚ ਕੇ ਵੇਖਿਆ ਜਾਵੇ ਕਿ ਅਮਰੀਕਾ ਕੀ ਆ। ਤੇ ਅਮਰੀਕਾ ਦੇ ਵਿੱਚ ਉੱਥੋਂ ਦੀ ਡੈਮੋਕ੍ਰੇਸੀ ਜਿਹੜੀ ਆ ਉਹ ਕਾਫੀ ਪ੍ਰਪੱਕ ਮੰਨੀ ਜਾਂਦੀ ਆ, ਹਾਲਾਂਕਿ ਸਿਸਟਮ ਥੋੜ੍ਹਾ ਜਿਹਾ ਵੱਖਰਾ ਆ ਪ੍ਰੈਜ਼ੀਡੈਂਸ਼ੀਅਲ ਪ੍ਰਣਾਲੀ ਹੋਣ ਕਰਕੇ। ਪਰ ਜਦੋਂ ਦੇ ਡੋਨਲਡ ਟਰੰਪ ਆਏ ਨੇ, ਉੱਥੇ ਕਿਤੇ ਨਾ ਕਿਤੇ ਅਨਰੈਸਟ ਸਮਾਜ 'ਚ ਪੈਦਾ ਹੋਈ ਆ। ਹੁਣ ਜਿਹੜੀ ਚੋਣ ਹੋ ਰਹੀ ਆ ਜਾਂ ਜਿਹੜੇ ਚੱਲ ਰਿਹਾ ਦੌਰ, ਇਹਦੇ ਵਿੱਚ ਜਿਹੜੇ ਟਰੰਪ ਦੇ ਸਮਰਥਕ ਨੇ, ਮੈਂ BBC ਦੀ ਇੱਕ ਰਿਪੋਰਟ ਦੇਖ ਰਿਹਾ ਸੀ ਕਿ ਇੱਕ ਫਿਕਰ, ਇੱਕ ਚਿੰਤਾ ਦੀ ਲਕੀਰ ਹੈ। ਜਿਹੜੇ ਦਾਨਸ਼ਵਰ ਲੋਕ ਨੇ, ਜਿਹੜੇ ਸੋਚਦੇ ਨੇ ਕਿ ਕੀ ਹੋ ਰਿਹਾ, ਉਹ ਇਹ ਕਿ ਲੋਕ ਜਿੱਦਾਂ ਕਹਿੰਦੇ ਨਾ ਅੱਗ ਬਬੂਲਾ ਹੋਏ, ਆਪੇ ਤੋਂ ਬਾਹਰ ਹੋਏ। ਜਿਹੜੇ ਇਹਨਾਂ ਦੇ ਕੱਟੜ ਸਮਰਥਕ ਨੇ, ਉਹ ਹਥਿਆਰਾਂ ਦੀ ਗੱਲ ਕਰ ਰਹੇ ਨੇ, ਮਾਰ ਦੇਣ ਦੀ ਗੱਲ ਕਰ ਰਹੇ ਨੇ। ਇਹ ਫਿਨੋਮਨਾ ਜਿਹੜਾ ਆ, ਇਹ ਕਿੱਧਰ ਲਿਜਾ ਰਿਹਾ ਦੁਨੀਆ ਨੂੰ? ਬੇਸਿਕਲੀ ਦੁਨੀਆ ਦੇ ਵਿੱਚ ਕਈ ਕੰਟਰੀਆਂ ਦੇ ਵਿੱਚ ਸਿਵਲ ਵਾਰ ਆਉਣ ਵਾਲੇ ਟਾਈਮ ਦੇ ਵਿੱਚ ਹੋਣ ਦਾ ਬਹੁਤ ਵੱਡਾ ਸ਼ਿਕਵਾ ਹੈਗਾ। ਤੁਸੀਂ ਗੱਲ ਕੀਤੀ ਬ੍ਰਾਜ਼ੀਲ ਦੀ। ਬ੍ਰਾਜ਼ੀਲ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਬਣਿਆ, ਉਹ 53 ਮਹੀਨੇ ਜੇਲ੍ਹ ਦੇ ਵਿੱਚ ਰਿਹਾ। 53 ਮਹੀਨੇ ਕਰਪਸ਼ਨ ਦੇ ਵਿੱਚ ਜੇਲ੍ਹ ਚ ਰਿਹਾ। ਪਹਿਲਾਂ ਵੀ ਉਹ 8 ਸਾਲ ਪ੍ਰੈਜ਼ੀਡੈਂਟ ਰਿਹਾ ਸੀਗਾ। ਉਸ ਤੋਂ ਪਹਿਲਾਂ ਅਰਜਨਟੀਨਾ, ਜਿਹੜਾ ਕਿ ਉਹਦੇ ਨਾਲ ਦਾ ਮੁਲਕ ਹੈ, ਉੱਥੇ ਵੀ ਸੋ ਕਾਲਡ ਲੈਫਟਿਸਟ ਜਿਹੜਾ ਉਹ ਬਣ ਕੇ ਆਇਆ ਸੀਗਾ। ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਭਾਵੇਂ ਕੋਈ ਲੈਫਟਿਸਟ ਬਣ ਜਾਵੇ ਤੇ ਭਾਵੇਂ ਕੋਈ ਸੋਸ਼ਲਿਸਟ ਬਣ ਜਾਵੇ, ਭਾਵੇਂ ਕੋਈ ਕਮਿਊਨਿਸਟ ਬਣ ਜਾਵੇ, ਉਹ ਹੁਣ ਉਹੋ ਜਿਹੀਆਂ ਗੱਲਾਂ ਨਹੀਂ ਕਰ ਸਕਦਾ ਜਿਹਦੇ ਵਿੱਚ ਫਾਈਨੈਂਸਿਸ ਨੂੰ ਉਹ ਅੰਨ੍ਹੇਵਾਹ ਇਸਤੇਮਾਲ ਕਰੇ। ਉਹਨਾਂ ਸਾਰਿਆਂ ਨੂੰ ਬੜਾ ਕੇਅਰਫੁਲ ਹੋਣਾ ਪੈਣਾ। ਦੁਨੀਆ ਬਦਲ ਗਈ ਹੈ, ਇਕਨੋਮੀ ਬਦਲ ਗਈ ਹੈ, ਵਰਲਡ ਜਿਹੜਾ ਉਹ ਆਲ ਟੂਗੈਦਰ ਇਨ ਅ ਡਿਫਰੈਂਟ ਵੇ ਚੱਲ ਰਿਹਾ। ਅੱਜ ਟਰੰਪ ਦਾ ਜਿਹੜਾ ਫਿਨੋਮੀਨਾ ਹੈਗਾ, ਦੇਖੋ ਅੱਜ ਇਲੈਕਸ਼ਨ ਹੋ ਰਹੇ ਨੇ ਅਮਰੀਕਾ ਦੇ ਵਿੱਚ। ਉਸ ਇਲੈਕਸ਼ਨ ਦੇ ਵਿੱਚ ਤਕਰੀਬਨ ਇਹ ਲੱਗਦਾ ਕਿ 90% ਜਿਹੜੀ ਕਾਂਗਰਸ ਹੈ, ਜਿਹੜੀ ਕਿ ਐਕਚੁਅਲੀ ਕੰਟਰੋਲ ਕਰਦੀ ਹੈ ਅਮਰੀਕਾ ਨੂੰ। ਪ੍ਰੈਜ਼ੀਡੈਂਟ, ਲੋਕਾਂ ਨੂੰ ਐਵੇਂ ਵਹਿਮ ਹੈ ਕਿ ਪ੍ਰੈਜ਼ੀਡੈਂਟ ਕੰਟਰੋਲ ਕਰਦਾ। ਪ੍ਰੈਜ਼ੀਡੈਂਟ ਕੰਟਰੋਲ ਨਹੀਂ ਕਰਦਾ। ਪ੍ਰੈਜ਼ੀਡੈਂਟ ਦੇ ਉੱਪਰ ਬਹੁਤ ਵੱਡੀਆਂ ਜੀ ਸਖਤੀਆਂ ਹੈਗੀਆਂ ਨੇ ਕਾਂਗਰਸ ਦੀਆਂ, ਜਿਸ ਚ ਹਾਊਸ ਆਫ ਰਿਪਰੈਜ਼ੈਂਟੇਟਿਵਸ, ਜਿਹਦੇ ਚ 435 ਜੀ ਬੰਦੇ ਹਰ 2 ਸਾਲ ਮੁੜ ਕੇ ਇਲੈਕਟ ਹੋ ਕੇ ਆਉਂਦੇ ਨੇ, ਔਰ 100 ਬੰਦਿਆਂ ਦੀ ਸੈਨੇਟ ਹੈਗੀ ਆ। ਉਹ ਜਿਹੜੀ ਸੈਨੇਟ ਹੈ, ਇਹ ਦੋਨਾਂ ਦੇ ਵਿੱਚੋਂ ਕੋਈ ਕਾਨੂੰਨ ਪਾਸ ਹੋਵੇ, ਇੱਥੋਂ ਤੱਕ ਕਿ ਇੱਕ ਪੈਸਾ ਵੀ ਪ੍ਰੈਜ਼ੀਡੈਂਟ ਆਪਣੀ ਜੇਬ ਦੇ ਵਿੱਚੋਂ ਇੰਡੀਪੈਂਡੈਂਟ ਖਰਚ ਨਹੀਂ ਕਰ ਸਕਦਾ। ਉਹਦੇ ਵੀ ਜਿਹੜੇ ਖਰਚੇ ਨੇ ਉਹ ਅਪਰੂਵ ਕੀਤੇ ਜਾਂਦੇ ਨੇ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ। ਜਿਹੜੇ ਜਿਹਨਾਂ ਨੂੰ ਆਪਾਂ ਕਹਿੰਦੇ ਆ ਕਾਂਗਰਸਮੈਨ, ਉਹ ਕਾਂਗਰਸਮੈਨ ਅਪਰੂਵ ਕਰਦੇ ਨੇ, ਤਾਂ ਹੀ ਉਹ ਖਰਚ ਕਰ ਸਕਦੇ ਨੇ। ਸੋ ਵਰਲਡ ਦੇ ਵਿੱਚ ਜਿਹੜਾ ਡਿਫਰੈਂਟ ਕਿਸਮ ਦਾ ਫਿਨੋਮੀਨਾ ਚੱਲ ਰਿਹਾ। ਅੱਜ ਤੁਸੀਂ ਦੇਖੋ ਕਿ ਕਿਉਂਕਿ ਦੁਨੀਆ ਦੇ ਵਿੱਚ ਇੱਕ ਖਾਸ ਕਿਸਮ ਦਾ ਐਟਮੋਸਫੇਅਰ ਕ੍ਰੀਏਟ ਹੋਇਆ ਹੈ ਪਿਛਲੇ 20 ਸਾਲਾਂ ਦੇ ਵਿੱਚ, ਜਦੋਂ ਦੀ ISI ਔਰ ISIS ਆਈ ਹੈ। ਇਸ ਨੇ ਦੁਨੀਆ ਦੇ ਵਿੱਚ ਜਿਹੜਾ ਸੋ ਕਾਲਡ, ਤੁਹਾਡੇ ਧਿਆਨ ਦੇ ਨਾਲ, ਜਿਹੜਾ ਮਤਲਬ ਰਾਈਟਿਸਟ ਹੈਗਾ, ਉਸ ਨੂੰ ਅੱਗੇ ਲੈ ਕੇ ਆਉਂਦਾ। ਅੱਜ ਇਟਲੀ ਦੇ ਵਿੱਚ ਜੀ ਇੱਕ ਉਹ ਲੇਡੀ 43 ਸਾਲ ਦੀ ਪ੍ਰਾਈਮ ਮਿਨਿਸਟਰ ਬਣੀ ਹੈ, ਜਿਹੜੀ ਕਿ ਐਕਸਟ੍ਰੀਮ ਰਾਈਟਿਸਟ ਜਿਹਨੂੰ ਤੁਸੀਂ ਕਹਿ ਸਕਦੇ ਹੋ, ਜਿਹੜੀ ਕਿ ਬਕਾਇਦਾ ਹਿਟਲਰ ਔਰ ਮੁਸੋਲਿਨੀ ਵਰਗੀ ਫਿਲਾਸਫੀ ਨੂੰ ਮੰਨਦੀ ਹੈ। ਲੇਕਿਨ ਉਹਦੇ ਬਾਵਜੂਦ ਵੀ ਉਹਨੂੰ ਬੜਾ ਕੇਅਰਫੁਲ ਹੋ ਕੇ ਚੱਲਣਾ ਪੈਂਦਾ। ਅੱਜ ਇਜ਼ਰਾਈਲ ਦੇ ਵਿੱਚ 6ਵੀਂ ਵਾਰ
ਨਤਨਯਾਹੂ ਸਾਹਿਬ ਜਿਹੜੇ ਨੇ ਉਹ ਪ੍ਰਾਈਮ ਮਿਨਿਸਟਰ ਚੁਣ ਕੇ ਆਏ ਨੇ 6ਵੀਂ ਵਾਰ, ਜਿਹੜੇ ਕਿ ਵਨ ਆਫ ਦੀ ਮੋਸਟ ਹਾਂਜੀ ਰਾਈਟਿਸਟ ਤੁਸੀਂ ਕਹਿ ਸਕਦੇ ਹੋ ਪ੍ਰਾਈਮ ਮਿਨਿਸਟਰ ਹੈਗੇ ਨੇ ਤੁਹਾਡੇ ਖਿਆਲ ਦੇ ਵਿੱਚ। ਮੈਂ ਤਾਂ ਰਾਈਟਿਸਟ ਲੈਫਟਿਸਟ ਨੂੰ ਮੰਨਦਾ ਨਹੀਂ, ਮੈਂ ਸਮਝਦਾ ਜਿਹੜਾ ਆਪਣੀ ਕੰਟਰੀ ਲਈ ਕੰਮ ਕਰਦਾ। ਦੇਖੋ ਅੱਜ ਹਰ ਦੁਨੀਆ ਇਹ ਮਹਿਸੂਸ ਕਰ ਰਹੀ ਹੈ ਕਿ ਜਿਹੜੀ ਸਾਡੇ ਲੋਕ ਨੇ ਉਹਨਾਂ ਦੇ ਜੌਬਸ ਇਮੀਗ੍ਰੈਂਟਸ ਆ ਕੇ ਖੋ ਰਹੇ ਨੇ, ਔਰ ਹਰ ਕੰਟਰੀ ਇਹ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਕਿਸ ਤਰੀਕੇ ਦੇ ਨਾਲ ਇਮੀਗ੍ਰੈਂਟਸ ਨੂੰ ਬਚਾਈਏ। ਸਿਰਫ ਕੈਨੇਡਾ ਇੱਕ ਐਸਾ ਕੰਟਰੀ ਹੈ ਜਿਹੜਾ ਕਹਿੰਦਾ ਕਿ ਸਾਨੂੰ 5 ਲੱਖ ਇਮੀਗ੍ਰੈਂਟਸ ਚਾਹੀਦੇ ਨੇ। ਉਹ ਵੀ ਮੈਂ ਤੁਹਾਨੂੰ ਦੱਸ ਦਵਾਂ ਕਿ ਉਹ ਵੀ ਟਰੂਡੋ ਸਾਹਿਬ ਜਦ ਤੱਕ ਹੈਗੇ ਨੇ, ਮੈਨੂੰ ਨਹੀਂ ਲੱਗਦਾ ਕਿ ਟਰੂਡੋ ਅਗਲੀ ਟਰਮ ਦੇ ਵਿੱਚ ਪ੍ਰਾਈਮ ਮਿਨਿਸਟਰ ਬਣ ਕੇ ਆਏਗਾ। ਮੈਨੂੰ ਲੱਗਦਾ ਕਿ ਕੰਜ਼ਰਵੇਟਿਵ ਦਾ ਜਿਹੜਾ ਲੀਡਰ ਹੈ ਪੋਲੀਵਰ, ਉਹ ਲੋਕਾਂ ਦੇ ਵਿੱਚ ਆਪਣੀ ਛਈਆ ਜ਼ਿਆਦਾ ਢੰਗ ਦੇ ਨਾਲ ਬਣਾ ਕੇ ਆ ਰਿਹਾ। ਲੇਕਿਨ ਜਦ ਤੱਕ ਟਰੂਡੋ ਹੈਗਾ ਕਮ ਸੇ ਕਮ 2025 ਤੱਕ, ਤਦ ਤੱਕ ਉਹਨਾਂ ਨੇ ਜਿਹੜਾ ਟੀਕਾ ਬਣਾਇਆ 5 ਲੱਖ ਜੀ ਇਮੀਗ੍ਰੈਂਟ ਦਾ, ਉਹ ਦੁਨੀਆ ਦੇ ਵਿੱਚ ਕਿਸੇ ਹੋਰ ਕੰਟਰੀ ਨੇ ਨਹੀਂ ਬਣਾਇਆ, ਕਿਸੇ ਵੀ ਕੰਟਰੀ। ਸੋ ਇਸ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਕੰਟਰੀਆਂ ਦੇ ਵਿੱਚ ਤੁਸੀਂ ਦੇਖੋਗੇ ਉਥਲ ਪੁਥਲ ਹੋਏਗੀ। ਔਰ ਹਿੰਦੁਸਤਾਨ ਵਰਗੇ ਜਿਹੜੇ ਅੱਜ ਪਾਕਿਸਤਾਨ ਦਾ ਹਾਲ ਦੇਖੋ, ਪਾਕਿਸਤਾਨ ਅੱਜ ਸਿਵਲ ਵਾਰ ਦੇ ਉੱਪਰ ਖੜਾ, ਕਿਉਂਕਿ ਪਾਕਿਸਤਾਨ ਦੇ ਫਾਰਮਰ ਪ੍ਰਾਈਮ ਮਿਨਿਸਟਰ ਜਿੱਥੋਂ ਐਸਟੈਬਲਿਸ਼ ਉਹ ਇਹ ਕਹਿੰਦੇ ਨੇ ਕਿ ਮੈਨੂੰ ਗੋਲੀ ਮਰਵਾਈ ਹੈ ਪ੍ਰਾਈਮ ਮਿਨਿਸਟਰ ਨੇ, ਹੋਮ ਮਿਨਿਸਟਰ ਨੇ, ਔਰ ISI ਦਾ ਨਾਮ ਲੈ ਕੇ ਚੀਫ ਦਾ ਜੀ ਇਹਨੇ ਮੈਨੂੰ ਗੋਲੀ ਮਰਵਾਈ ਹੈ ਜੀ। ਜਦੋਂ ਤੁਸੀਂ ਐਸਟੈਬਲਿਸ਼ਮੈਂਟ ਦੇ ਅਗੇਂਸਟ ਗੱਲ ਕਰਨੀ ਸ਼ੁਰੂ ਕਰ ਦਿੰਦੇ ਹੋ ਤੇ ਫਿਰ ਤੁਸੀਂ ਆਪਣੇ ਆਪ ਨੂੰ ਵੀ ਮੁਸੀਬਤ ਚ ਪਾਉਂਦੇ ਹੋ, ਤੁਸੀਂ ਕੰਟਰੀ ਨੂੰ ਵੀ ਮੁਸੀਬਤ ਚ ਪਾਉਂਦੇ ਹੋ, ਔਰ ਲੋਕਾਂ ਨੂੰ ਵੀ ਮੁਸੀਬਤ ਵਿੱਚ ਪਾਉਂਦੇ ਹੋ। ਅੱਛਾ ਡਾਕਟਰ ਸਾਹਿਬ, ਚਲੋ ਆਪਾਂ ਪਾਕਿਸਤਾਨ ਤੇ ਗੱਲ ਤੋਂ ਸ਼ੁਰੂ ਕੀਤੀ, ਮੈਂ ਵੈਸੇ ਟਰੂਡੋ ਵਾਲੇ ਤੇ ਵੀ ਆਉਣਾ ਤੁਹਾਡੇ ਕੋਲ। ਪਾਕਿਸਤਾਨ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਬਣੇ ਨੇ, ਮੇਰੇ ਖਿਆਲ 'ਚ ਜਿਹੜੇ ਜਿੰਨਾ ਲੋਕੀ ਸਮਝਦੇ ਸੀਗੇ ਇਮਰਾਨ ਖਾਨ ਹਰਾਂ ਨੂੰ, ਉਹਨਾਂ ਨੇ ਉਸ ਤਰੀਕੇ ਨਾਲ ਭਾਵੇਂ ਦੇਸ਼ ਨੂੰ ਨਹੀਂ ਚਲਾ ਸਕੇ, ਕਿਉਂਕਿ ਬੜਾ ਕਿਹਾ ਜਾਂਦਾ ਕਿ ਉਹ ਸਿਲੈਕਟਡ ਪ੍ਰਾਈਮ ਮਿਨਿਸਟਰ ਸੀ, ਬੜਾ ਕੁਝ ਸੀਗਾ। ਪਰ ਹੁਣ ਦੀਆਂ ਘਟਨਾਵਾਂ ਤੋਂ ਬਾਅਦ ਉਹਨਾਂ ਦਾ ਕਾਫੀ ਜ਼ਿਆਦਾ ਜਿਹੜਾ ਹੱਥ ਉੱਤੇ ਨਜ਼ਰ ਆ ਰਿਹਾ। ਜਿੰਨੀਆਂ ਇਲੈਕਸ਼ਨ ਬਾਅਦ 'ਚ ਹੋਈਆਂ ਉਹ ਜਿੱਤ ਰਹੇ ਨੇ, ਔਰ ਪਹਿਲਾ ਬੰਦਾ ਹੈ ਜਿਹੜਾ ਦਲੇਰੀ ਨਾਲ ਕਹਿ ਰਿਹਾ ਹੈ। ਮੈਂ ਕੁਝ ਦਿਨ ਪਹਿਲਾਂ ਮੇਰੇ ਇੱਥੇ ਮਿੱਤਰ ਨੇ ਇੱਕ ਮਤਲੂਬ ਬੜੈਚਰੀ, ਜਿਹੜੇ ਪੋਲੀਟੀਕਲੀ ਵੀ ਕਾਫੀ ਪਾਕਿਸਤਾਨ ਦੀ ਸਿਆਸਤ ਨਾਲ ਰਿਲੇਟਡ ਰਹੇ ਨੇ, 8 ਸਾਲ ਉਹ ਆਪਣੀ ਬੇਨਜ਼ੀਰ ਭੁੱਟੋ ਦੇ ਰਹੇ ਨੇ ਪੋਲੀਟੀਕਲ ਐਡਵਾਈਜ਼ਰ, ਤੇ ਜਿਹੜੇ ਗਵਰਨਰ ਸਾਹਿਬ ਨੂੰ ਮਾਰਿਆ ਗਿਆ ਉਹਨਾਂ ਦੇ ਵੀ OST ਰਹੇ ਨੇ, ਕਾਫੀ ਮਤਲਬ ਪੋਲਿਟਿਕਸ ਦੇ ਨੇੜੇ ਰਹੇ ਨੇ ਉੱਥੋਂ ਦੀ ਦੇ। ਉਹ ਕਹਿ ਰਹੇ ਸੀ ਕਿ ਪਾਕਿਸਤਾਨ ਦੀ ਆਰਮੀ ਦੀ ਹਾਲਤ ਹੁਣ ਇਹ ਹੋ ਗਈ ਆ ਜਿਹੜੀ 1971 ਦੀ ਵਾਰ ਵੇਲੇ ਹਾਰਨ ਤੋਂ ਬਾਅਦ ਵੀ ਨਹੀਂ ਸੀ ਹੋਈ। ਲੋਕਾਂ ਦੇ ਮਨਾਂ 'ਚ ਆਰਮੀ ਦਾ ਜਿਹੜਾ ਖੌਫ ਭੈ ਆ ਉਹ ਹੌਲੀ ਹੌਲੀ ਚੁੱਕਿਆ ਜਾ ਰਿਹਾ। ਮੈਂ ਇਹਨਾਂ ਨੂੰ ਕਹਿ ਰਿਹਾ ਸੀ ਕਿ ਸਟੇਟ ਨਾਲ ਟੱਕਰ ਲੈਣੀ ਬਹੁਤ ਔਖੀ, ਔਰ ਖਾਸ ਕਰਕੇ ਆਰਮਡ ਫੋਰਸ ਨਾਲ ਟੱਕਰ ਲੈਣੀ ਬਹੁਤ ਔਖੀ। ਪਰ ਉਹ ਕਹਿ ਰਹੇ ਸੀ ਕਿ ਜੇ 22 ਕਰੋੜ ਪਾਕਿਸਤਾਨੀ ਆ ਤੇ ਆਰਮੀ ਦੇ 7 ਲੱਖ ਹੀ ਆ, ਇੱਦਾਂ ਨਹੀਂ ਹੁੰਦਾ ਕਿ ਉਹ ਸਭ ਨੂੰ ਮਾਰ ਦੇਣਗੇ। ਹਾਲਾਤ ਹੌਲੀ ਹੌਲੀ ਇਸ ਨੂੰ ਮੋੜਾ ਦੇ ਰਿਹਾ ਕਿ ਆਰਮੀ ਨੂੰ ਰਾਜਨੀਤੀ 'ਚ ਜਿਹੜੀ ਦਖਲਅੰਦਾਜ਼ੀ ਉਹ ਲਗਾਤਾਰ ਕਰਦੇ, ਉਹ ਤੋਂ ਥੋੜਾ ਜਿਹਾ ਕਿਨਾਰਾ ਕਰਨਾ ਪਏਗਾ। ਅੱਜ ਤੋਂ 5 ਸਾਲ ਪਹਿਲਾਂ ਜਦੋਂ ਵੀ ਕੋਈ ਮੁਜ਼ਾਹਰੇ ਹੁੰਦੇ ਸੀਗੇ ਪਾਕਿਸਤਾਨ ਦੇ ਵਿੱਚ, ਉਸ ਮੁਜ਼ਾਹਰਿਆਂ ਦੇ ਵਿੱਚ ਆਰਮੀ ਦੀ ਜ਼ਿੰਦਾਬਾਦ ਦੇ ਨਾਰੇ ਲੱਗਦੇ ਸੀਗੇ ਜੀ। ਜਦੋਂ ਇਮਰਾਨ ਖਾਨ ਆਇਆ, ਅੱਜ ਜਿਹੜੇ ਲੋਕ ਨੇ ਪਾਕਿਸਤਾਨ ਦੇ ਉਹ ਆਰਮੀ ਦੇ ਅਗੇਂਸਟ ਖੜੇ ਹੋ ਗਏ ਨੇ। ਅੱਜ ਇਮਰਾਨ ਖਾਨ ਇਜ਼ ਦਾ ਮੋਸਟ ਪਪੂਲਰ ਲੀਡਰ ਆਫ ਪਾਕਿਸਤਾਨ, that goes without saying। ਹਾਲਾਂਕਿ ਉਹਦਾ ਕੋਈ ਵਿਜ਼ਨ ਨਹੀਂ ਹੈਗਾ। he will prove again the worst prime minister of Pakistan, ਕਿਉਂਕਿ ਉਹਨੂੰ ਇਕਨੋਮੀ ਦਾ ਕੁਝ ਨਹੀਂ ਪਤਾ। ਅੱਜ ਪਾਕਿਸਤਾਨ ਨੂੰ ਚਾਹੀਦਾ ਹੈ ਇੱਕ ਐਸਾ ਸ਼ਖਸ ਜਿਹੜਾ ਕਿ ਇਕਨੋਮੀ ਦੇ ਨਾਲ ਪਾਕਿਸਤਾਨ ਨੂੰ ਅੱਗੇ ਵਧਾ ਸਕੇ। ਪਾਕਿਸਤਾਨ FTF ਦੇ ਵਿੱਚੋਂ FATF ਦੇ ਵਿੱਚੋਂ ਬਾਹਰ ਨਿਕਲ ਗਿਆ, ਉਸ ਦਾ $1.4 ਬਿਲੀਅਨ ਅਪਰੂਵ ਹੋ ਗਿਆ। ਪਾਕਿਸਤਾਨ ਨੂੰ ਅੱਜ ਸਾਰੀ ਦੁਨੀਆ ਮਦਦ ਕਰਨ ਨੂੰ ਤਿਆਰ ਹੈ। ਇਮਰਾਨ ਖਾਨ ਜਿਸ ਦਿਨ ਦੁਬਾਰਾ ਅੱਜ ਅਗਰ ਇਲੈਕਸ਼ਨ ਹੋ ਜਾਣ, ਕੋਈ ਵੀ ਇਮਰਾਨ ਖਾਨ ਨੂੰ ਨਹੀਂ ਹਰਾ ਸਕਦਾ, ਕੋਈ ਵੀ। मतलब he will come with a thumping majority, that goes without saying। लेकिन क्या आर्मी जिन्हें के 1947 तो लेके हुन तक अपना पूरा
ਹਾਂਜੀ ਅਖਤਿਆਰ ਪਾਕਿਸਤਾਨ ਦੇ ਉੱਪਰ ਰੱਖਿਆ ਦਾ, ਕਿਆ ਉਹ ਐਡੀ ਜਲਦੀ ਦੇ ਨਾਲ ਪਾਵਰ ਨੂੰ ਛੱਡ ਦੇਣਗੇ? ਇਹ ਬੜੀ ਵੱਡੀ ਇੱਕ ਗੱਲ ਸੋਚਣ ਵਾਲੀ ਆ। ਇਹ ਠੀਕ ਹੈ ਕਿ ਇਸ ਵਕਤ ਲੋਕ ਆਰਮੀ ਦੇ ਅਗੇਂਸਟ ਖੜੇ ਹੋ ਗਏ ਨੇ, ਲੇਕਿਨ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਇਹ ਲੋਕ ਹੁੰਦੇ ਨੇ ਨਾ, ਜਦੋਂ ਆਰਮੀ ਸੜਕਾਂ ਤੇ ਆ ਜਾਂਦੀ ਹੈ, ਇਹੋ ਹੀ ਲੋਕ ਘਰਾਂ ਦੇ ਵਿੱਚ ਬਿੱਲਿਆਂ ਦੇ ਵਿੱਚ ਜਾ ਕੇ ਬਹਿ ਜਾਂਦੇ ਨੇ, ਝੋਪੜੀਆਂ ਜਾ ਕੇ ਬਹਿ ਜਾਂਦੇ ਨੇ, ਘਰਾਂ 'ਚ ਜਾ ਕੇ ਬਹਿ ਜਾਂਦੇ ਨੇ। ਇਹ ਇਮਰਾਨ ਖਾਨ ਜਿਹੜਾ ਕਹਿੰਦਾ ਮੈਨੂੰ ਗੋਲੀ ਵੀ ਮਾਰ ਦਿਓ ਤੇ ਮੈਂ ਮਰ ਜਾਵਾਂਗਾ, ਇਹ ਸਿਰਫ ਕਹਿਣ ਦੀਆਂ ਗੱਲਾਂ ਨੇ। ਜਦੋਂ ਪ੍ਰੈਕਟੀਕਲ ਹੁੰਦੀਆਂ ਉਦੋਂ ਬੜਾ ਡਿਫਿਕਲਟ ਹੁੰਦਾ। ਮੈਂ ਨਹੀਂ ਸਮਝਦਾ ਅਜੇ ਪਾਕਿਸਤਾਨ ਦੇ ਵਿੱਚ ਉਹੋ ਜਿਹੇ ਹਾਲਾਤ ਪੈਦਾ ਹੋਏ ਨੇ ਜਿਹੜਾ ਕਿ ਆਰਮੀ ਨੂੰ 100% ਅਪੋਜ਼ ਕਰ ਸਕਣ। ਯੈਸ, ਆਰਮੀ ਇਜ਼ ਆਲਸੋ ਅਫਰੇਡ। ਆਰਮੀ ਡਜ਼ ਰਿਅਲਾਈਜ਼ ਕਿ ਇਮਰਾਨ ਖਾਨ ਦੀ ਇਸ ਵੇਲੇ ਜਿਹੜੀ ਪਪੂਲੈਰਿਟੀ ਆ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ। ਔਰ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਅੰਦਰ ਦੀ ਗੱਲ, ਕਿਉਂਕਿ ਮੈਨੂੰ ਤੁਸੀਂ ਤੇ ਉਹਨਾਂ ਨੂੰ ਮਿਲੇ ਹੋ ਨਾ ਜਿਹੜੇ ਬੇਨਜ਼ੀਰ ਭੁੱਟੋ ਦੇ ਨੇ, ਉਹ ਤੇ ਬੇਨਜ਼ੀਰ ਭੁੱਟੋ ਦੇ ਜਿਹੜੇ ਸੀਗੇ ਬੰਦੇ, ਉਹਨਾਂ ਨੂੰ ਆਰਮੀ ਦੇ ਬਾਰੇ ਇੰਨਾ ਨਹੀਂ ਕੁਝ ਪਤਾ। ਮੈਂ ਆਰਮੀ ਦੇ ਬੰਦਿਆਂ ਦੇ, ਕਿਉਂਕਿ ਮੇਰੇ ਦੋਸਤ ਹੈਗੇ ਨੇ ਜਿਨ੍ਹਾਂ ਦੇ ਆਰਮੀਆਂ ਦੇ ਵਿੱਚ ਜਨਰਲ ਹੈਗੇ ਨੇ, ਇਸ ਵਕਤ ਬ੍ਰਿਗੇਡੀਅਰ ਹੈਗੇ ਨੇ, ਉਹ ਮੈਨੂੰ ਉਹਨਾਂ ਦੇ ਨਾਲ ਜਦੋਂ ਮੈਂ ਗੱਲ ਕਰਦਾ ਉਹ ਮੈਨੂੰ ਦੱਸਦੇ ਨੇ ਕਿ ਆਰਮੀ ਇਹ ਰਿਅਲਾਈਜ਼ ਕਰਦੀ ਆ ਕਿ ਯੈਸ ਇਮਰਾਨ ਖਾਨ हैज बिकम वेरी पॉपुलर, जबकि इमरान खान ਨੂੰ ਇੰਸਟਾਲ ਕਰਨ ਵਾਲੇ ਆਰਮੀ ਸੀਗੇ। ਲੇਕਿਨ ਉਹ ਇਹ ਵੀ ਕਹਿੰਦੇ ਨੇ ਕਿ ਆਰਮੀ ਦੇ ਵਿੱਚ 50% ਜਿਹੜੇ ਕੋਰ ਕਮਾਂਡਰ ਨੇ, ਆਰਮੀ ਇਜ਼ ਬੀਇੰਗ ਰਨ ਬਾਈ ਕੋਰ ਕਮਾਂਡਰ ਇਨ ਪਾਕਿਸਤਾਨ, ਜਿਹੜੇ ਕੋਰ ਕਮਾਂਡਰ ਨੇ 50% ਦੇ ਆਰ ਇਨ ਫੇਵਰ ਆਫ ਇਮਰਾਨ ਖਾਨ। ਇਸ ਕਰਕੇ ਇਮਰਾਨ ਖਾਨ ਦੇ ਅਗੇਂਸਟ ਕੋਈ ਸਟੈਪ ਨਹੀਂ ਲਿਆ ਜਾ। ਡਾਕਟਰ ਸਾਹਿਬ, ਪਾਕਿਸਤਾਨ ਦੀ ਆਰਮੀ ਦਾ ਵੀ ਅੱਲਾ ਨਰਾਲਾ ਆ। ਜਦੋਂ ਆਪਾਂ ਕਾਰਗਿਲ ਯੁੱਧ ਦੀਆਂ ਗੱਲਾਂ ਕਰਦੇ ਆ ਤੇ 2-3 ਕਮਾਂਡਰ ਹੁੰਦੇ ਆ, ਕੋਰ ਕਮਾਂਡਰ, ਜਿਹੜੇ ਸਭ ਕੁਝ ਕਰ ਰਹੇ ਹੁੰਦੇ ਆ ਤੇ ਬਾਕੀ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ। ਸਿਰਫ ਮੁਸ਼ਰਫ ਸਾਹਿਬ ਨੂੰ ਪਤਾ ਹੁੰਦਾ ਤੇ 2 ਜਨਰਲ ਹੋਰ ਹੁੰਦੇ ਆ। ਨਹੀਂ ਤੇ ਆਮ ਤੌਰ ਤੇ ਕੋਈ ਵੀ ਆਰਮੀ ਆਪਰੇਸ਼ਨ ਹੁੰਦਾ ਆ ਤੇ ਚਲੋ ਪਬਲਿਕ ਨੂੰ ਤੇ ਨਹੀਂ ਪਤਾ ਲੱਗਦਾ, ਘੱਟੋ ਘੱਟ ਆਰਮੀ ਦੀ ਜਿਹੜੀ ਪੂਰੀ ਦੀ ਪੂਰੀ ਐਸਟੈਬਲਿਸ਼ਮੈਂਟ ਆ ਉਹਦੇ ਵਿੱਚ ਚੀਜ਼ਾਂ ਡਿਸਕਸ ਕਰਕੇ ਅੱਗੇ ਚੱਲਦੀਆਂ ਹੋਣਗੀਆਂ ਨਾ। ਪਰ ਪਾਕਿਸਤਾਨ ਦੀ ਆਰਮੀ 'ਚ ਜਿਹੜਾ ਇਦਾਂ ਦਾ ਸਿਸਟਮ ਹੈ ਸ਼ੁਰੂ ਤੋਂ ਹੀ ਕਿ ਜਿਹੜਾ ਬੰਦਾ ਤਾਕਤ 'ਚ ਆ, ਪਾਵਰ 'ਚ ਆ, ਉਹ ਜੋ ਮਰਜ਼ੀ ਕਰ ਸਕਦਾ। ਸੋ ਹਾਲਾਤ ਤੇ ਵਾਕਿਆ ਹੀ ਤੁਸੀਂ ਠੀਕ ਕਹਿ ਰਹੇ ਹੋ ਕਿ ਲੰਬਾ ਸਮਾਂ ਉਹਨਾਂ ਦੀ ਪਾਵਰ ਰਹੀ। ਪਾਕਿਸਤਾਨ 'ਚ ਜਦੋਂ ਜਾਈਦਾ ਵੀ ਆ ਤੇ ਲੋਕ ਕਹਿੰਦੇ ਆ ਕਿ ਜੋ ਮਰਜ਼ੀ ਹੈ ਜੀ, ਜਿਹੜਾ ਮਰਜ਼ੀ ਆ ਜੇ, ਚੱਲਣੀ ਤੇ ਬੂਟਾਂ ਵਾਲਿਆਂ ਦੀ ਆ। ਲੋਕ ਇਦਾਂ ਹੀ ਸਮਝਦੇ ਅਜੇ ਤੱਕ, ਤੇ ਅੱਗੇ ਚੱਲ ਕੇ ਅਜੇ ਪਤਾ ਨਹੀਂ ਜੀ ਕੀ ਬਣਨਾ। ਬਾਕੀ ਇਹ ਆ ਕਿ ਜਿਹੜੇ ਵੀ ਤੁਸੀਂ ਕਹਿੰਦੇ ਕਿ ਉਹ ਬਿੱਲਾਂ 'ਚ ਜਾ ਵੜਦੇ ਹੁੰਦੇ ਲੋਕ, ਗੱਲ ਤੇ ਤੁਹਾਡੀ ਠੀਕ ਹੈ, ਡਰ ਹੁੰਦਾ, ਮੌਤ ਦਾ ਖੌਫ ਹੁੰਦਾ। ਪਰ ਜਦੋਂ ਵੀ ਦੁਨੀਆ ਤੇ ਕੋਈ ਵੀ ਤਬਦੀਲੀ ਆਉਂਦੀ ਆ, ਕੋਈ ਉਹਨੂੰ ਕ੍ਰਾਂਤੀ ਕਹਿ ਲੇ, ਰੈਵੋਲੂਸ਼ਨ ਕਹਿ ਲੇ, ਤੇ ਉਦੋਂ ਫਿਰ ਲੋਕ ਮੌਤ ਦਾ ਖੌਫ ਲਾ ਕੇ ਬਾਹਰ ਆਉਂਦੇ ਆ ਜੀ। ਬਹੁਤ 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 ਘੱਟ ਜੀ ਮੈਂ ਦੁਨੀਆ ਦੇ ਵਿੱਚ ਦੇਖਿਆ ਜਿੱਥੇ ਲੋਕ ਜਿਹੜੇ ਨੇ ਮੌਤ ਦਾ ਖੌਫ ਲਾ ਕੇ ਆਉਂਦੇ। ਇੱਕ ਮਹਾਤਮਾ ਗਾਂਧੀ ਇੱਕ ਐਸਾ ਸ਼ਖਸ ਸੀਗਾ ਜਿਹਨੇ ਕਿ ਗੋਲੀਆਂ ਦੇ ਅਗੇਂਸਟ, ਮੈਨੂੰ ਹਾਲਾਂਕਿ ਆਈ ਡੋਂਟ ਲਾਈਕ ਦੈਟ ਮੈਨ, ਆਈ ਡੋਂਟ ਲਾਈਕ ਹਿਸ ਫਿਲਾਸਫੀ, ਲੇਕਿਨ ਉਸ ਆਦਮੀ ਦੀ ਇੱਕ ਬੜੀ ਵੱਡੀ ਖਾਸੀਅਤ ਸੀਗੀ ਕਿ ਉਸਨੇ ਹਿੰਦੁਸਤਾਨ ਜਿਹੜਾ ਕਿ ਇੰਨਾ ਵੰਡਿਆ ਹੋਇਆ ਸੀਗਾ, ਜਿੱਥੇ ਕਿ 570 ਸਟੇਟਾਂ ਸੀਗੀਆਂ ਐਟ ਵਨ ਟਾਈਮ, ਉਹਨਾਂ ਸਾਰਿਆਂ ਦੇ ਲੋਕਾਂ ਨੂੰ ਈਸਟ, ਵੈਸਟ, ਸਾਊਥ, ਨਾਰਥ ਨੂੰ ਜੋੜ ਕੇ ਅੰਗਰੇਜ਼ਾਂ ਦੇ ਅਗੇਂਸਟ ਖੜਾ ਕਰਨਾ ਔਰ ਗੋਲੀਆਂ, ਲਾਠਾਂ, ਮਤਲਬ ਡਾਂਗਾ ਖਾਣੀਆਂ। ਆਪਣਾ ਲਾਲਾ ਲਾਜਪਤ ਰਾਏ ਨੇ ਜਦੋਂ ਡਾਂਗਾ ਖਾਧੀਆਂ ਲਾਹੌਰ ਦੇ ਵਿੱਚ, ਹਾਂਜੀ, ਔਰ ਹੋਰਾਂ ਲੋਕਾਂ ਨੇ ਖਾਧੀਆਂ, ਔਰ ਜਿਸ ਢੰਗ ਦੇ ਨਾਲ ਅਸੀਂ ਦੇਖਿਆ ਦੁਨੀਆ ਹਿੰਦੁਸਤਾਨ ਦੇ ਡਿਫਰੈਂਟ ਏਰੀਆ ਦੇ ਵਿੱਚ, ਉਹ ਫੌਜੀ ਹਿੰਦੁਸਤਾਨੀ ਸੀਗੇ ਜਿਹੜੇ ਮਾਰਦੇ ਸੀਗੇ, ਸਿਪਾਹੀ ਵੀ ਹਿੰਦੁਸਤਾਨੀ ਸੀਗੇ ਜਿਹੜੇ ਗੋਲੀਆਂ ਚਲਾਉਂਦੇ ਸੀਗੇ, ਸਿਪਾਹੀ ਵੀ ਹਿੰਦੁਸਤਾਨੀ ਸੀ ਜਿਹੜੇ ਲਾਠੀਆਂ ਚਲਾਉਂਦੇ ਸੀਗੇ। ਲੇਕਿਨ ਜਿਸ ਢੰਗ ਦੇ ਨਾਲ ਗਾਂਧੀ ਨੇ ਉਹਨਾਂ ਲੋਕਾਂ ਨੂੰ ਖੜਾ ਕੀਤਾ, ਦੇਖੋ ਜਿਹੜੀ ਮੂਵਮੈਂਟ ਚਲਾਈ ਹੈ ਨਾ ਭਗਤ ਸਿੰਘ ਹਰਾਂ ਨੇ, ਚੰਦਰ ਸ਼ੇਖਰ ਹਰਾਂ ਨੇ, ਹਾਂਜੀ, ਉਹ ਮੂਵਮੈਂਟ ਇੱਕ ਆਲ ਟੂਗੇਦਰ ਡਿਫਰੈਂਟ ਸੀਗੀ। ਉਹ ਇੱਕ ਜੋਸ਼ ਪੈਦਾ ਕਰਦੀ ਸੀਗੀ। ਉਸ ਜੋਸ਼ ਦਾ ਫਾਇਦਾ ਮਹਾਤਮਾ ਗਾਂਧੀ ਦੀ ਮੂਵਮੈਂਟ ਨੇ ਬਹੁਤ ਉਠਾਇਆ। ਮੈਨੂੰ ਅੱਜ ਤੱਕ ਨਹੀਂ ਸਮਝ ਆਈ, ਮਾਫ ਕਰਨਾ ਭਾਵੇਂ ਮੈਨੂੰ ਪਤਾ ਬੜੇ ਲੋਕ ਇਸ ਗੱਲ ਨੂੰ ਪਸੰਦ ਨਾ ਕਰਨ, ਕਿ ਸੁਭਾਸ਼ ਚੰਦਰ ਬੋਸ ਦੀ ਕੀ ਕੰਟਰੀਬਿਊਸ਼ਨ ਸੀਗੀ ਹਿੰਦੁਸਤਾਨ ਦੇ ਵਿੱਚ, ਐਕਸੈਪਟ
ਕਿ ਇੱਕ ਆਰਮੀ ਬਣਾ ਕੇ ਖੜੀ ਕਰਕੇ ਕਿ ਮੈਂ ਇਸ ਆਰਮੀ ਦੇ ਨਾਲ ਹਿੰਦੁਸਤਾਨ ਦੇ ਵਿੱਚ ਅੰਗਰੇਜ਼ਾਂ ਨੂੰ ਹਰਾਵਾਂਗਾ, ਕਿਹਨਾਂ ਦੇ ਨਾਲ ਮਿਲ ਕੇ, ਜਿਹੜੀਆਂ ਕਿ ਮੋਸਟ ਰਿਐਕਸ਼ਨਰੀ ਫੋਰਸਿਸ ਸੀਗੀਆਂ ਵਰਲਡ ਦੀਆਂ। ਹਾਂਜੀ, ਹਿਟਲਰ ਐਂਡ ਜਾਪਾਨ ਦਾ ਜਿਹੜਾ ਰਿਐਕਸ਼ਨਰੀ ਫੋਰਸਿਸ ਸੀਗੀਆਂ, ਦੇ ਵਰ ਦਾ ਵਰਸਟ ਇਵਨ ਦੈਨ ਜਰਮਨ। ਜਿਸ ਢੰਗ ਦੇ ਨਾਲ ਜ਼ਾਲਮ ਉਹ ਸੀਗੇ, ਇਹ ਠੀਕ ਹੈ ਹਿਟਲਰ ਨੇ 6 ਮਿਲੀਅਨ ਜੂਜ਼ ਨੂੰ ਜਿਸ ਢੰਗ ਦੇ ਨਾਲ ਮਾਰਿਆ, ਉਹ ਦੁਨੀਆ ਦੇ ਵਿੱਚ ਜੀ ਇੱਕ ਕਿਸਮ ਦੀ ਆਪਣੇ ਆਪ ਦੇ ਵਿੱਚ ਇੱਕ ਹਿਸਟਰੀ ਹੈ। ਚੰਗੇਜ਼ ਖਾਨ ਇੱਕ ਐਸਾ ਸ਼ਖਸ ਸੀ ਜਿਹਨੇ ਕਿ ਜਦੋਂ ਮੰਗੋਲੀਆ ਤੋਂ ਨਿਕਲਿਆ, ਜਦ ਤੱਕ ਉਹ ਯੂਰਪ ਸਾਰਾ ਉਹਨੇ ਨਹੀਂ ਜਿੱਤ ਲਿਆ, ਉਹਨੇ ਆਪਣੇ ਆਰਮੀ ਕਮਾਂਡਰਾਂ ਨੂੰ ਇਹ ਆਰਡਰ ਕੀਤਾ ਹੋਇਆ ਸੀਗਾ ਕਿ ਤੁਸੀਂ ਕੋਈ ਵੀ ਜਿਹੜਾ ਆਪੋਜੀਸ਼ਨ ਦਾ ਸੈਨਿਕ ਹੈ, ਫੌਜੀ ਹੈ, ਉਸ ਨੂੰ ਤੁਸੀਂ ਕੈਦੀ ਨਹੀਂ ਬਣਾਉਣਾ, ਉਸ ਨੂੰ ਮਾਰ ਦੇਣਾ, ਕਿਉਂਕਿ ਅਸੀਂ ਉਹਨਾਂ ਨੂੰ ਰੋਟੀਆਂ ਨਹੀਂ ਖਵਾਉਣੀਆਂ, ਅਸੀਂ ਆਪਣੇ ਸੈਨਿਕਾਂ ਦਾ ਖਿਆਲ ਰੱਖਣਾ। ਔਰ ਉਸਨੇ ਮਿਲੀਅਨਸ ਐਂਡ ਮਿਲੀਅਨਸ ਜਿਹੜੇ ਸੈਨਿਕ ਨੇ ਉਸ ਜ਼ਮਾਨੇ ਦੇ ਵਿੱਚ ਮਾਰ ਦਿੱਤੇ। ਔਰ ਉਹਦੇ ਬਾਅਦ ਜਿਹੜਾ ਸਭ ਤੋਂ ਵੱਡਾ ਹਾਂਜੀ ਕਿਸੇ ਨੇ ਬੰਦਾ ਜਿਹਨੇ ਮਾਰੇ ਨੇ, ਉਹਦੇ ਵਿੱਚ ਸੀਗਾ ਸਟਾਲਨ ਦਾ ਨਾਮ। ਜਾਂ ਸਟਾਲਨ ਨੇ 25 ਤੋਂ 30 ਮਿਲੀਅਨ ਆਪਣੇ ਲੋਕਾਂ ਨੂੰ ਮਾਰਿਆ। ਔਰ ਉਹਦੇ ਬਾਅਦ ਹਾਂਜੀ ਹਿਟਲਰ ਨੇ 6 ਮਿਲੀਅਨ ਜੂਜ਼ ਨੂੰ ਇਸ ਤਰੀਕੇ ਦੇ ਨਾਲ ਗੈਸ ਚੈਂਬਰਾਂ 'ਚ ਮਾਰਿਆ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਹਿਸਟਰੀ ਹੈ। ਸੋ ਦੁਨੀਆ ਦੇ ਵਿੱਚ ਬੜੀਆਂ ਡਿਫਰੈਂਟ ਹਿਸਟਰੀਆਂ ਤੋਂ ਕਿਆ ਕਿਸੇ ਨੇ ਕੋਈ ਸਬਕ ਸਿੱਖਿਆ? ਨਹੀਂ, ਸਬਕ ਕੋਈ ਵੀ ਨਹੀਂ ਸਿੱਖਦਾ। ਦੁਨੀਆ ਜਿਹੜਾ ਵੀ ਬੰਦਾ ਉੱਠਦਾ ਉਹ ਆਪਣੇ ਮਤਲਬ ਲਈ ਜੋ ਕੁਛ ਹੁੰਦਾ ਉਹ ਕਰਨ ਨੂੰ ਤਿਆਰ ਹੁੰਦਾ। ਜਿੰਨਾ ਕੁ ਝੂਠ ਕੋਈ ਲੀਡਰ ਬੋਲ ਸਕਦਾ, ਮੈਂ ਸਮਝਦਾ ਹਿੰਦੁਸਤਾਨ ਦੇ ਵਿੱਚ 2 ਲੀਡਰ ਨੇ ਜਿਨ੍ਹਾਂ ਨੂੰ ਮੈਂ ਅਗਰ ਪਦਵੀ ਦੇਣਾ ਚਾਹਾਂ ਤੇ ਝੂਠ ਦੇ ਵਿੱਚ ਉਹ ਨੰਬਰ 1 ਨੇ ਇਤਿਹਾਸ ਦੇ ਵਿੱਚ। ਇੱਕ ਕੇਜਰੀਵਾਲ ਔਰ ਦੂਜਾ ਮੋਦੀ। ਇਹ 2 ਬੰਦੇ ਮਤਲਬ ਦੁਨੀਆ ਦੇ ਵਿੱਚ ਅਗਰ ਕਿਸੇ ਨੂੰ ਦੇਣਾ ਹੋਵੇ ਨਾ ਕੋਈ ਬਹੁਤ ਵੱਡਾ ਖਿਤਾਬ, ਤੇ 2 ਬੰਦੇ ਡਿਜ਼ਰਵ ਕਰਦੇ। ਰੈਂਕਿੰਗ ਵੀ ਕਰ ਦਿਓ, ਵੱਡਾ ਮੋਦੀ ਕੌਣ ਹੈ ਤੇ ਛੋਟਾ ਕੌਣ ਉਹਨਾਂ ਚੋਂ? ਦੋਨੇ ਇੱਕ ਦੂਜੇ ਦੇ ਉੱਤੇ ਇੱਕ ਸ਼ੇਰ ਇੱਕ ਸਵਾ ਸ਼ੇਰ। ਨਹੀਂ, ਪਹਿਲਾਂ ਮੋਦੀ ਸੀਗਾ ਵੱਡਾ, ਲੇਕਿਨ ਦੂਜੇ ਨੇ ਮੋਦੀ ਦੀ ਫਿਲਾਸਫੀ ਨੂੰ ਪਕੜ ਕੇ ਉਸ ਤੋਂ ਵੱਡਾ ਬਣਨ ਦੀ ਕੋਸ਼ਿਸ਼ ਕਰ ਰਿਹਾ। ਅੱਛਾ ਡਾਕਟਰ ਸਾਹਿਬ, ਤੁਸੀਂ ਸੁਭਾਸ਼ ਚੰਦਰ ਬੋਸ ਹੋਰਾਂ ਦਾ ਜ਼ਿਕਰ ਕੀਤਾ। ਚਲੋ ਭਾਰਤ ਦੀ ਆਜ਼ਾਦੀ ਦੀ ਮੂਵਮੈਂਟ ਦੇ ਵਿੱਚ ਉਹਨਾਂ ਦਾ ਯੋਗਦਾਨ ਜਿਹੜਾ ਉਹਨੂੰ ਨਕਾਰ ਤਾਂ ਨਹੀਂ ਸਕਦੇ, ਪਰ ਉਹ ਇੱਕ ਦਾ ਫਲॉप ਸ਼ੋ ਹੋ ਕੇ ਰਹਿ ਗਿਆ। ਦੇਸ਼ ਭਗਤੀ ਦੀ ਭਾਵਨਾ ਜਿੱਥੋਂ ਤੱਕ ਹੋਊਗੀ ਉਹਨੂੰ ਅਸੀਂ ਨਹੀਂ ਆਪਾਂ ਦਰਕਨਾਰ ਕਰ ਸਕਦੇ। ਪਰ ਕਿਹਾ ਜਾਂਦਾ ਹੈ ਨਾ ਜੀ, ਦੁਸ਼ਮਣ ਦੋਸਤ ਹੁੰਦਾ, ਤੇ ਕਿਤੇ ਉਹ ਟਪਲਾ ਖਾ ਕੇ ਲੱਗਦੇ ਆ ਕਿ ਉਹਨਾਂ ਨੇ ਉਹਨਾਂ ਧਿਰਾਂ ਦਾ ਸਾਥ ਲੈ ਲਿਆ ਜਿਨ੍ਹਾਂ ਨੂੰ ਅੱਜ ਬਹੁਤ ਜ਼ਿਆਦਾ ਤਿਰਸਕਾਰ ਦੀ ਨਜ਼ਰ ਨਾਲ ਵੇਖਿਆ ਜਾਂਦਾ। ਦੁਨੀਆ ਉਹਨਾਂ ਦਾ ਨਾਂ ਲੈਣਾ ਪਸੰਦ ਨਹੀਂ ਕਰਦੀ। ਉਹਨਾਂ ਦੇ ਜਿਹੜੇ ਕਿੱਸੇ ਆ ਉਹ ਅੱਗੇ ਹੌਲੀ ਹੌਲੀ, ਹੁਣ ਸੈਕੰਡ ਵਰਲਡ ਵਾਰ ਦੇ ਕਿੱਸੇ ਉਦੋਂ ਤਾਂ ਨਹੀਂ ਨਾ ਸਾਹਮਣੇ ਆਏ ਹੋਣਗੇ, ਨਾ ਇਹਨਾਂ ਕਮਿਊਨੀਕੇਸ਼ਨ ਸੀ। ਹੌਲੀ ਹੌਲੀ ਪਤਾ ਲੱਗਿਆ ਹਿਟਲਰ ਨੇ ਕੀ ਚੰਦ ਚਾੜੇ, ਜਾਪਾਨ ਦੀ ਆਰਮੀ ਕੀ ਕਰਦੀ ਰਹੀ, ਜਿਵੇਂ ਤੁਸੀਂ ਹੁਣ ਦੱਸ ਰਹੇ ਹੋ ਮੁਸੋਲੀਨੀ ਦੀ ਕਹਾਣੀਆਂ ਨੇ, ਚੰਗੇਜ਼ ਖਾਨ ਦੀਆਂ ਕਹਾਣੀਆਂ ਨੇ, ਹੋਰ ਬਥੇਰੀਆਂ ਕਹਾਣੀਆਂ ਨੇ। ਪਰ ਕਿਤੇ ਨਾ ਕਿਤੇ ਟਪਲਾ ਸੁਭਾਸ਼ ਚੰਦਰ ਹੀ ਖਾ ਗਏ ਕਿ ਉਹਨਾਂ ਨੂੰ ਉਹਨਾਂ ਤਾਕਤਾਂ ਦੇ ਨਾਲ ਸ਼ਾਇਦ ਕੰਪਰੋਮਾਈਜ਼ ਨਹੀਂ ਸੀ ਕਰਨਾ ਚਾਹੀਦਾ। ਸ਼ਾਇਦ ਉਦੋਂ ਉਹ ਪੂਰਾ ਉਸ ਸਮੇਂ ਉਹ ਐਨਾਲਿਸਿਸ ਨਾ ਕਰ ਸਕੇ ਹੁਣ, ਪਰ ਉਹਨਾਂ ਦੀ ਦੇਸ਼ ਭਗਤੀ ਦੇ ਉੱਤੇ ਆਪਾਂ ਕਿੰਤੂ ਸ਼ਾਇਦ ਨਹੀਂ ਕਰ ਸਕਦੇ। ਉਹਨਾਂ ਨੇ ਕਾਫੀ ਸਟਰਗਲ ਕੀਤੀ ਬਰਮਾ ਵਾਲੇ ਪਾਸੇ, ਕੁਝ ਉਹਨਾਂ ਨੇ ਜਿੱਤਾਂ ਵੀ ਪ੍ਰਾਪਤ ਕੀਤੀਆਂ। ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਉਸ ਸਮੇਂ, ਜਿੱਦਾਂ ਆਪਾਂ ਪੜ੍ਹਦੇ ਹਾਂ ਇਤਿਹਾਸ, ਉਹਨਾਂ ਨੂੰ ਸਪੋਰਟ ਵੀ ਕੀਤਾ। ਦੇਖੋ ਬੇਸਿਕਲੀ ਕੀ ਹੈ, ਉਹਦਾ ਫਾਇਦਾ ਪੂਰਾ ਮੋਦੀ ਨੇ ਉਠਾਇਆ। ਮੋਦੀ ਦੇ ਦਿਮਾਗ ਦੇ ਵਿੱਚ ਉਹ ਕਹਿੰਦਾ ਕਿ ਬਿਫੋਰ ਆਈ ਰਿਟਾਇਰ ਐਜ਼ ਅ ਪ੍ਰਾਈਮ ਮਿਨਿਸਟਰ ਮੈਂ ਬੰਗਾਲ ਨੂੰ ਜਿਹੜਾ ਹੈ ਜਿੱਤਣਾ ਹੈ। ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਬਹੁਤ ਵੱਡੀ ਇਸ ਵਕਤ ਨਾ ਇੱਕ ਤੁਸੀਂ ਸਮਝ ਲਓ ਕਿ ਕੀੜਾ ਬੈਠਿਆ ਹੋਇਆ ਕਿ ਮੈਂ ਬੰਗਾਲ ਨੂੰ ਜਿੱਤ ਕੇ ਤਾਂ ਮੈਂ ਰਿਟਾਇਰ ਹੋਣਾ। ਇਸ ਕਰਕੇ ਉਹਨਾਂ ਨੇ ਇੰਡੀਆ ਗੇਟ ਦੇ ਬਾਹਰ ਸੁਭਾਸ਼ ਦੀ ਜਿਹੜੀ ਹੈ ਨਾ ਜੀ ਮੂਰਤੀ ਵੀ ਲਗਾ ਦਿੱਤੀ, ਜਿਹੜੀ ਕਿ ਮੈਂ ਸਮਝਦਾ ਕਿ ਦੇਰ ਆਰ ਅਦਰ ਪੀਪਲ ਜਿਹੜੇ ਡਿਜ਼ਰਵ ਕਰਦੇ ਨੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਹਾਂਜੀ ਇਹ ਮੈਂ ਸਮਝਦਾ ਕਿ ਲਾਲਾ ਲਾਜਪਤ ਰਾਏ, ਭਗਤ ਸਿੰਘ, ਮੈਂ ਸਮਝਦਾ ਭਗਤ ਸਿੰਘ ਤੋਂ ਵੀ ਜ਼ਿਆਦਾ ਚੰਦਰ ਸ਼ੇਖਰ ਆਜ਼ਾਦ ਜਿਹੜਾ ਹਾਂਜੀ ਉਹ ਸ਼ਖਸ ਸੀਗਾ ਜਿਹਨੇ ਇੱਕ ਐਸਾ ਜਜ਼ਬਾ ਪੈਦਾ ਕੀਤਾ। ਮੈਂ ਕਹਿੰਦਾ ਉਸ ਤੋਂ ਵੀ ਵੱਡੇ ਜਿਹੜੇ ਹੋਰ ਸ਼ਖਸ ਹੋਏ ਨੇ ਜਿਨ੍ਹਾਂ ਨੇ 18 ਸਾਲ ਦੇ ਵਿੱਚ 19 ਸਾਲ ਦੇ ਵਿੱਚ ਆਪਣੀਆਂ ਆਪਣੇ ਮਤਲਬ ਫਾਂਸੀ ਦੇ ਫੰਦੇ ਨੂੰ ਗਲੇ ਨੂੰ। ਮੈਂ
ਕਰਤਾਰ ਸਿੰਘ ਦੀ ਸਰਾਭਾ ਬੜੀ ਵੱਡੀ ਐਗਜ਼ਾਮਪਲ। ਜੀ। ਕਰਤਾਰ ਸਿੰਘ ਸਰਾਭਾ, ਹਾਂਜੀ ਕਰਤਾਰ ਸਿੰਘ, ਨਾਮ ਤੇ ਕਰਤਾਰ ਸਿੰਘ ਹੈ ਨਾ, ਸਰਾਭਾ ਹਾਂਜੀ ਤੇ ਚਲੋ ਉਹਦਾ ਹੀ। ਜੀ ਜੀ, ਕਰਤਾਰ ਸਿੰਘ ਹਾਂਜੀ ਸਰਾਭਾ, ਹਾਂਜੀ ਬਿਲਕੁਲ ਠੀਕ ਕਹਿ ਰਹੇ ਤੁਸੀਂ, ਹਾਂਜੀ। ਹਾਂਜੀ ਹਾਂਜੀ, ਜਿਸ ਤਰੀਕੇ ਦੇ ਨਾਲ ਦੇਖੋ, ਭਗਤ ਸਿੰਘ ਉਹਦੀ ਫੋਟੋ ਆਪਣੀ ਜੇਬ ਦੇ ਵਿੱਚ ਰੱਖਦਾ ਸੀ। ਉਹ ਕਹਿੰਦਾ ਸੀ ਕਿ ਇਹ ਸ਼ਖਸ ਹੈ ਜਿਹੜਾ ਮੈਨੂੰ, ਔਰ ਜਦੋਂ ਲਾਜਪਤ ਰਾਏ ਦੇ ਡਾਂਗਾਂ ਪਈਆਂ, ਉਹ ਜਦੋਂ ਦੇਖੀਆਂ ਗਈਆਂ ਭਗਤ ਸਿੰਘ ਨੇ ਖੁਦ ਲਾਹੌਰ ਦੇ ਵਿੱਚ, ਉਸ ਵਕਤ ਉਹ ਨੇ ਕਿਹਾ ਕਿ ਇਹਦਾ ਇੱਕ ਇੱਕ ਬੂੰਦ ਦਾ ਮੈਂ ਜਿਹੜਾ ਲਵਾਂਗਾ ਜੀ ਹਿਸਾਬ ਕਿਤਾਬ ਅੰਗਰੇਜ਼ਾਂ ਤੋਂ। ਉਹਦੇ ਬਾਅਦ ਤੁਸੀਂ ਇਹ ਦੇਖੋ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਸ਼ਖਸਾਂ ਦਾ ਕੀ ਕੀ ਕੀਤਾ ਕੀ ਆ। ਇੱਕ ਚਲੋ ਜੀ ਚੰਡੀਗੜ੍ਹ ਦਾ ਜਿਹੜਾ ਸਟੇਸ਼ਨ ਉਹਦੇ ਨਾਮ ਕਰ ਦਿੱਤਾ। ਇਹ ਉਹ ਬੰਦੇ ਨੇ ਜਿਨ੍ਹਾਂ ਨੂੰ ਅੱਜ ਦੁਨੀਆ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਬਹੁਤ ਜ਼ਿਆਦਾ ਰਿਸਪੈਕਟ ਮਿਲਣੀ ਚਾਹੀਦੀ ਸੀਗੀ, ਬਹੁਤ ਜ਼ਿਆਦਾ ਇੱਜ਼ਤ ਔਰ ਮਾਣ ਮਿਲਣਾ ਚਾਹੀਦਾ ਸੀਗਾ। ਪਰ ਜਦੋਂ ਪੋਲੀਟੀਸ਼ੀਅਨਾਂ ਨੂੰ ਜ਼ਰੂਰਤ ਹੁੰਦੀ ਆ, ਉਦੋਂ ਉਹਨਾਂ ਦਾ ਨਾਮ ਲੈ ਕੇ ਉਹ ਉਹਨੂੰ ਐਕਸਪਲੋਇਟ ਕਰਦੇ ਨੇ। ਅੱਗੇ ਪਿੱਛੇ ਉਹ ਆਪਣੇ ਹਿਸਾਬ ਦੇ ਨਾਲ ਚੱਲਦੇ ਨੇ ਕਿ ਜਿਹੜੀ ਉਹਨਾਂ ਦੀ ਫਿਲਾਸਫੀ ਆ, ਕਿਸ ਤਰੀਕੇ ਨਾਲ ਉਹਨੂੰ ਅੱਗੇ ਵਧਾਉਣਾ। ਵੈਸੇ ਤਾਂ ਡਾਕਟਰ ਸਾਹਿਬ ਮੇਰੇ ਖਿਆਲ ਆਪਾਂ ਜੇ ਇਕੱਲੇ ਦਾ ਨਾਂ ਲਈਏ, ਸਭ ਤੋਂ ਜ਼ਿਆਦਾ ਰਿਸਪੈਕਟ ਅਸੀਂ ਕਹਿੰਦੇ ਹਾਂ ਮਹਾਤਮਾ ਗਾਂਧੀ ਨੂੰ ਮਿਲੀ ਤੇ ਉਹਨਾਂ ਨੂੰ ਰਾਸ਼ਟਰਪਿਤਾ ਦਾ ਖਿਤਾਬ ਦਿੱਤਾ, ਪਰ ਆਫੀਸ਼ੀਅਲੀ ਤੇ ਉਹ ਵੀ ਕਿਸੇ ਨੇ ਨਹੀਂ ਦਿੱਤਾ। ਕਿਤੇ ਪਾਰਲੀਮੈਂਟ 'ਚ ਮਤਾ ਪਾ ਕੇ ਜਾਂ ਕਿਤੇ ਕਰਕੇ ਇਹ ਨਹੀਂ ਕਿਹਾ। ਠੀਕ ਹੈ, ਨੋਟਾਂ ਤੇ ਉਹਨਾਂ ਦੀ ਤਸਵੀਰ ਲੱਗਦੀ ਆ, ਅਸੀਂ ਸਾਰੇ ਮੰਨਦੇ ਹਾਂ ਕਿ ਉਹ ਪਿਤਾ ਨੇ, ਪਰ ਉਹਨਾਂ ਨੂੰ ਵੀ ਉਹ ਓਨਰ ਜਿਹੜਾ ਵਾ ਕਿਤੇ ਆਫੀਸ਼ੀਅਲੀ ਜਾਂ ਲੀਗਲੀ ਨਹੀਂ ਦਿੱਤਾ ਗਿਆ। ਸ਼ਹੀਦ ਭਗਤ ਸਿੰਘ ਹੋਰਾਂ ਬਾਰੇ ਤੁਸੀਂ ਗੱਲ ਕਰ ਰਹੇ ਹੋ, ਉਹਨਾਂ ਨੂੰ ਗਦਰੀ ਬਾਬਿਆਂ ਨੂੰ, ਸਰਾਭਾ ਸਾਹਿਬ ਦਾ ਤੁਸੀਂ ਜ਼ਿਕਰ ਕੀਤਾ ਕਰਤਾਰ ਸਿੰਘ ਸਰਾਭਾ ਦਾ, ਉਹਨਾਂ ਨੂੰ ਤੇ ਅਜੇ ਤੱਕ ਦਹਿਸ਼ਤਗਰਦ ਹੀ ਕਿਹਾ ਜਾ ਰਿਹਾ ਹੈ। ਉਹਨਾਂ ਨੂੰ ਤੇ ਕਿਹਾ ਹੀ ਨਹੀਂ ਗਿਆ ਕਿ ਇਹ ਫਰੀਡਮ ਫਾਈਟਰ ਵੀ ਕਿਤੇ ਰਹੇ ਆ। ਨਾ ਗਦਰ ਮੂਵਮੈਂਟ ਨੂੰ ਕਦੀ ਇਹਨਾਂ ਨੇ ਰੈਕੋਗਨਾਈਜ਼ ਕੀਤਾ, ਨਾ ਭਗਤ ਸਿੰਘ ਹੋਰਾਂ ਦੀ ਥਿਊਰੀ ਨੂੰ ਰੈਕੋਗਨਾਈਜ਼ ਕੀਤਾ। ਹਾਂ, ਲੋਕ ਮਨਾਂ ਦੇ ਵਿੱਚ, ਲੋਕਾਂ ਦੇ ਦਿਲਾਂ 'ਚ ਉਹਨਾਂ ਦੀ ਇੱਜ਼ਤ ਹੈ। ਜਿਵੇਂ ਆਪਾਂ ਸੁਭਾਸ਼ ਬਾਰੇ ਵੀ ਕਹਿ ਰਹੇ ਹਾਂ, ਉਹਨਾਂ ਦਾ ਪੈਤੜਾ ਗਲਤ ਹੋ ਸਕਦਾ, ਪਰ ਲੋਕ ਮਨਾਂ ਵਿੱਚ ਇਹ ਹੈ ਕਿ ਉਹਨਾਂ ਨੇ ਦੇਸ਼ ਦੀ ਖਾਤਰ ਕੁਰਬਾਨੀਆਂ ਕੀਤੀਆਂ। ਦੇਖੋ ਬੇਸਿਕਲੀ ਮੈਂ ਪਹਿਲਾਂ ਇਹ ਗੱਲ ਕੀਤੀ ਕਿ ਮੈਂ ਮਹਾਤਮਾ ਗਾਂਧੀ ਦੀ ਫਿਲਾਸਫੀ ਦੇ ਨਾਲ ਨਹੀਂ ਮੰਨਦਾ, ਲੇਕਿਨ ਮਹਾਤਮਾ ਗਾਂਧੀ ਨੇ ਇੱਕ ਬਹੁਤ ਵੱਡਾ ਕੰਮ ਕੀਤਾ। ਉਹ ਕੰਮ ਇਹ ਕੀਤਾ ਕਿ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਉਹਨੇ ਜੋੜਿਆ। ਕੋਈ ਕਿਸੇ ਲੀਡਰ ਨੇ ਹਿੰਦੁਸਤਾਨ ਨੂੰ ਨਹੀਂ ਸੀ ਕੋਈ ਜੋੜ ਸਕਦਾ। ਨਾ ਨਹਿਰੂ ਜੋੜ ਸਕਦਾ ਸੀ, ਨਾ ਪਟੇਲ ਜੋੜ ਸਕਦਾ ਸੀ, ਨਾ ਸੁਭਾਸ਼ ਜੋੜ ਸਕਦਾ ਸੀ। ਇਟ ਵਾਜ਼ ਓਨਲੀ ਮਹਾਤਮਾ ਗਾਂਧੀ, ਜਿਹਦੀ ਵਜ੍ਹਾ ਕਰਕੇ ਸਾਰੇ ਹਿੰਦੁਸਤਾਨ ਦੇ ਲੋਕ ਜੁੜੇ, ਜਿਹਦੀ ਵਜ੍ਹਾ ਕਰਕੇ ਹਿੰਦੁਸਤਾਨ ਦੇ ਲੋਕ ਸੜਕਾਂ ਤੇ ਆਉਂਦੇ ਸੀ, ਜਿਹਦੀ ਵਜ੍ਹਾ ਕਰਕੇ ਹਜ਼ਾਰਾਂ ਲੱਖਾਂ ਲੋਕ ਮਾਰੇ ਗਏ ਜਿਨ੍ਹਾਂ ਦਾ ਨਾਮ ਹੀ ਹੈ ਨਹੀਂ ਹਿਸਟਰੀ ਦੇ ਵਿੱਚ, ਕਿਉਂਕਿ ਯੂ ਡੋਂਟ ਨੋ ਅਬਾਊਟ ਦੈਟ। ਉਹਨਾਂ ਨੂੰ ਗੋਲੀਆਂ ਲੱਗੀਆਂ, ਉਹਨਾਂ ਨੂੰ ਜੀ ਕਿਸ ਤਰੀਕੇ ਨਾਲ ਲਾਠੀਆਂ ਨਾਲ ਮਾਰ ਦਿੱਤਾ ਗਿਆ, ਉਹਨਾਂ ਦੇ ਨਾਮ ਹੀ ਹੈ ਨਹੀਂ ਹਿਸਟਰੀ ਦੇ ਵਿੱਚ। ਲੇਕਿਨ ਮਹਾਤਮਾ ਗਾਂਧੀ ਦੀ ਇੱਕੋ ਹੀ ਦੇਣ ਸੀਗੀ ਕਿ ਲੋਕਾਂ ਨੂੰ ਯੂਨਾਈਟ ਕਰਕੇ ਅੰਗਰੇਜ਼ਾਂ ਦੇ ਅਗੇਂਸਟ ਖੜਾ ਕਰਨਾ ਔਰ ਸੜਕਾਂ ਦੇ ਉੱਪਰ ਲੈ ਕੇ ਆਣਾ, ਇਹ ਉਹਦੀ ਬਹੁਤ ਵੱਡੀ ਦੇਣ ਸੀਗੀ। ਹਾਲਾਂਕਿ ਉਸਨੇ ਹਿੰਦੁਸਤਾਨ ਦਾ ਬਹੁਤ ਨੁਕਸਾਨ ਵੀ ਕੀਤਾ ਹੈ। ਅਗਰ ਉਸ ਵਕਤ ਮਹਾਤਮਾ ਗਾਂਧੀ, ਮੈਂ ਕਹਿੰਦਾ ਜੇ ਕਿਤੇ ਹੋਰ 10-20 ਸਾਲ ਜ਼ਿੰਦਾ ਰਹਿ ਜਾਂਦਾ ਤੇ ਪਤਾ ਨਹੀਂ ਹਿੰਦੁਸਤਾਨ ਦਾ ਕੀ ਹਾਲ ਹੁੰਦਾ। ਲੇਕਿਨ ਫਿਰ ਵੀ ਮੈਂ ਸਮਝਦਾ ਕਿ ਉਹਦੀ ਜਿਹੜੀ ਦੇਣ ਹੈ, ਅਗਰ ਅਸੀਂ ਸਮਝਦੇ ਹਾਂ ਕਿ ਹਿੰਦੁਸਤਾਨ ਨੂੰ ਆਜ਼ਾਦੀ ਮਿਲੀ, ਜਿਹੜੀ ਮੈਂ ਸਮਝਦਾ ਕਿ 76 ਸਾਲਾਂ ਦੇ ਬਾਅਦ ਵੀ ਹਿੰਦੁਸਤਾਨ ਦੇ ਲੋਕਾਂ ਨੂੰ ਆਜ਼ਾਦੀ ਨਹੀਂ ਮਿਲੀ। ਆਜ਼ਾਦੀ ਉਹ ਹੁੰਦੀ ਹੈ ਜਿਹਦੇ ਵਿੱਚ ਹਰ ਸ਼ਖਸ ਦੀ ਇੱਜ਼ਤ ਹੋਵੇ, ਹਰ ਸ਼ਖਸ ਦੀ ਲਾਈਫ ਦੀ ਵੈਲਿਊ ਹੋਵੇ, ਹਰ ਸ਼ਖਸ ਦੇ ਵਿਊਜ਼ ਦੀ ਵੈਲਿਊ ਹੋਵੇ। ਅੱਜ ਤੇ ਹਿੰਦੁਸਤਾਨ ਦੇ ਵਿੱਚ ਤੁਸੀਂ ਕਿਸੇ ਪ੍ਰਾਈਮ ਮਿਨਿਸਟਰ ਦੇ ਅਗੇਂਸਟ ਬੋਲ ਦਵੋ, ਕਿਸੇ ਚੀਫ ਮਿਨਿਸਟਰ ਦੇ ਅਗੇਂਸਟ ਬੋਲ ਦਵੋ। ਮੈਂ ਕਹਿੰਦਾ ਸਿਰਫ ਇਹ ਹੀ ਨਹੀਂ ਕਿ ਤੁਸੀਂ ਬੀਜੇਪੀ ਦੇ ਚੀਫ ਮਿਨਿਸਟਰ ਦੇ ਅਗੇਂਸਟ ਬੋਲ ਦਵੋ, ਤੁਸੀਂ ਰਾਜਸਥਾਨ ਦੇ ਕਾਂਗਰਸ ਦੇ ਚੀਫ ਮਿਨਿਸਟਰ ਦੇ ਅਗੇਂਸਟ ਬੋਲਦੇ ਹੋ, ਤੁਸੀਂ ਮਮਤਾ ਬੈਨਰਜੀ ਦੇ ਅਗੇਂਸਟ ਬੋਲਦੇ ਹੋ, ਤੁਸੀਂ ਸਟਾਲਿਨ ਦੇ ਅਗੇਂਸਟ ਬੋਲਦੇ ਹੋ, ਬੰਦੇ ਨੂੰ ਚੁੱਕ ਕੇ ਜੇਲ੍ਹ 'ਚ ਪਾ ਦਿੰਦੇ ਨੇ। ਡਾਕਟਰ ਸਾਹਿਬ ਬਿਲਕੁਲ ਇੱਕ ਪੋਲੀਟੀਕਲ ਐਲੀਟ ਕਲਾਸ ਪੈਦਾ ਹੋ ਗਈ, ਜਿਹੜੀ ਆਮ ਲੋਕਾਂ ਨੂੰ ਜਿਹੜੀ ਆ ਉਹ ਕੀੜੇ ਮਕੌੜੇ ਸਮਝਦੀ ਆ, ਉਹਨਾਂ ਨੂੰ ਮਨੁੱਖ ਹੀ ਨਹੀਂ ਸਮਝਦੀ ਮੇਰੇ ਖਿਆਲ 'ਚ। ਉਹਨਾਂ ਨੂੰ ਇਸ ਤਰ੍ਹਾਂ ਦੀ ਵਿਚਾਰਗੀ ਦੀ ਹਾਲਤ 'ਚ ਧੱਕ ਦਿੱਤਾ ਗਿਆ ਆ ਸਾਡੇ ਸਿਸਟਮ 'ਚ ਕਿ ਆਮ ਬੰਦਾ ਤਵੱਕੋ ਹੀ ਨਹੀਂ ਕਰ ਸਕਦਾ ਕਿ ਮੈਂ ਵੀ ਕੁਝ ਹੈ। ਮੈਂ ਆਪਣੇ ਆਪ ਨੂੰ ਕੋਈ ਸਮਝਣੋਂ ਹੀ ਹਟ ਗਿਆ। ਉਹ ਜਿੱਦਾਂ ਹੁੰਦਾ ਨਾ ਪੁਰਾਣੇ ਸਮਿਆਂ 'ਚ ਰਾਜਿਆਂ ਦੀ ਪਰਜਾ ਹੋਇਆ ਕਰਦੀ ਸੀ ਕਿ ਰਾਜਾ ਹੀ ਸਭ ਕੁਝ, ਉਹਦੇ ਮੂੰਹ 'ਚੋਂ ਨਿਕਲਿਆ ਇੱਕ ਸ਼ਬਦ ਜਿਹੜਾ ਉਹੀ ਕਾਨੂੰਨ ਹੁੰਦਾ ਸੀ, ਜੋ ਉਹ ਕਹਿ ਦੇਵੇ ਉਹੀ ਹੁੰਦਾ ਸੀ, ਤੇ ਆਮ ਵਿਅਕਤੀ ਦੀ ਕੋਈ ਹਸੀਅਤ ਨਹੀਂ ਸੀ ਹੁੰਦੀ। ਹੁਣ ਹਿੰਦੁਸਤਾਨ ਦਾ ਸਿਸਟਮ ਲਗਭਗ ਉਹੋ ਜਿਹਾ ਹੀ ਹੋ ਕੇ ਰਹਿ ਗਿਆ ਜੀ। ਵੈਸੇ ਤਾਂ ਡੈਮੋਕ੍ਰੇਸੀ ਸਭ ਜਗ੍ਹਾ ਹੀ ਇੱਦਾਂ ਹੀ ਆ,
ਸਭ ਜਗ੍ਹਾ ਹੀ ਇਦਾਂ ਹੀ ਮੈਂ ਆ। ਕਹਿੰਦਾ ਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਆਮ ਆਦਮੀ ਪਾਰਟੀ ਦਾ ਜਿਹੜਾ ਮਿਨਿਸਟਰ ਹੈ, ਹੈਲਥ ਮਿਨਿਸਟਰ ਹਾਂਜੀ ਜੈਨ, ਇਸ ਵਕਤ ਜੇਲ੍ਹ ਦੇ ਵਿੱਚ ਹੈ ਪਿਛਲੇ 6-7 ਮਹੀਨਿਆਂ ਦੇ ਵਿੱਚ। ਕਿਹੜੀ ਫਿਲਾਸਫੀ ਇਹ ਕਹਿੰਦੀ ਹੈ ਅਗਰ ਉਹਨੇ ਕਰਪਸ਼ਨ ਕੀਤੀ ਹੈ ਤੇ ਉਹ ਜੇਲ੍ਹ ਦੇ ਵਿੱਚ ਹੈ? ਕਿਹੜੀ ਫਿਲਾਸਫੀ ਕਹਿੰਦੀ ਹੈ ਕਿ ਉਹਨੂੰ ਜ਼ਮਾਨਤ ਨਾ ਮਿਲੇ ਔਰ ਉਹ ਆਪਣਾ ਕੇਸ ਬਾਹਰ ਆ ਕੇ ਨਾ ਲੜੇ? ਵਟ ਕਾਈਂਡ ਆਫ ਸਿਸਟਮ ਇਜ਼ ਦੇਅਰ? ਇਹ ਜਿਹੜਾ ਸਿਸਟਮ ਹੈਗਾ ਜੁਡੀਸ਼ੀਅਲ ਸਿਸਟਮ ਜਿਹੜਾ ਹੈ ਉਹ ਬਹੁਤ ਖਤਰਨਾਕ ਹੈ, ਬਹੁਤ ਹੀ ਡੇਂਜਰਸ ਹੈ, ਐਂਟੀ ਪੀਪਲ ਹੈ ਹਾਂਜੀ। ਔਰ ਇਸ ਮੈਂ ਕਹਿੰਦਾ ਕਿਸੇ ਬੰਦੇ ਨੇ ਕੁਝ ਵੀ ਕਹਿ ਦਿੱਤਾ ਹੋਵੇ ਹਾਂਜੀ, ਉਸ ਦੀ ਜ਼ਮਾਨਤ ਹੋਣੀ ਚਾਹੀਦੀ ਹੈ ਜਦ ਤੱਕ ਉਹਦੇ ਕੇਸ ਦਾ ਫੈਸਲਾ ਨਹੀਂ। ਜੀ ਵੈਸੇ ਜੁਡੀਸ਼ਰੀ ਨੂੰ ਵੀ ਹਾਈਜੈਕ ਕਰ ਲਿਆ ਗਿਆ ਜੀ ਪੋਲੀਟੀਸ਼ੀਅਨ ਵੱਲੋਂ, ਪਰ ਦੂਜੇ ਪਾਸੇ ਜਿਹੜੇ ਛੋਟੇ ਮੋਦੀ ਸਾਹਿਬ ਅੱਜ ਕੱਲ੍ਹ ਵੱਡੇ ਬਣਨ ਨੂੰ ਫਿਰਦੇ ਆ, ਉਹ ਤੇ ਕਹਿੰਦੇ ਆ ਕਿ ਜਿਹੜਾ ਸਤਿੰਦਰ ਜੈਨ ਹੈ ਉਹ ਤਾਂ ਭਗਤ ਸਿੰਘ ਹੈ ਸਾਡਾ, ਉਹ ਤੇ ਚੰਦਰ ਸ਼ੇਖਰ ਆਜ਼ਾਦ ਹੈ ਸਾਡੇ ਲਈ, ਉਹ ਇਹ ਉਹਨਾਂ ਨੂੰ ਤੁਲਨਾ ਦਿੰਦੇ ਆ। ਉਹ ਤੇ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਇਹਨਾਂ ਨੂੰ ਹਿੰਦੁਸਤਾਨ ਦਾ ਸਭ ਤੋਂ ਵੱਡਾ ਭਾਰਤ ਹਾਂਜੀ ਰਤਨ। ਪੁਰਸਕਾਰ ਭਾਰਤ ਰਤਨ ਮਿਲਣਾ ਚਾਹੀਦਾ ਹਾਂਜੀ। ਉਹ ਪਰ ਮੈਂ ਆਈ ਫੋਰਗੇਟ ਅਬਾਊਟ ਦੈਟ। ਮੈਂ ਕਹਿੰਦਾ ਕਿ ਉਸ ਸ਼ਖਸ ਨੇ ਅਗਰ ਉਹਨੇ ਕਰਪਸ਼ਨ ਹੀ ਕੀਤੀ ਹੈ ਨਾ, ਹਾਂ ਕਰਪਸ਼ਨ ਕੀਤੀ ਹੈ, that does not mean he should be in jail for 7 months। ਉਸ ਨੂੰ ਤੁਸੀਂ ਜ਼ਮਾਨਤ ਦਿਓ, ਉੱਤੇ ਕੇਸ ਲਗਾਓ, ਚਲਾਓ, ਫਿਰ ਉਹਨੂੰ ਭਾਵੇਂ ਤੁਸੀਂ 20 ਸਾਲ ਦੀ ਸਜ਼ਾ ਦਿਓ। ਡਾਕਟਰ ਸਾਹਿਬ ਇੱਕ ਅੱਜ ਨਵੀਂ ਖਬਰ ਆ ਰਹੀ ਹੈ, ਸ਼ਾਇਦ ਤੁਸੀਂ ਉਹਨੂੰ ਫਾਲੋ ਕੀਤਾ ਹੋਵੇ। ਸਤਿੰਦਰ ਜੈਨ ਦੇ ਇੱਕ ਸਾਥੀ ਨੇ ਜਿਹੜੀ 1 ਕਰੋੜ ਦੀ ਰਿਸ਼ਵਤ ਦਾ ਕੋਈ ਮਾਮਲਾ ਦੱਸ ਰਿਹਾ, ਉਹਦੇ ਵਿੱਚ ਕੋਈ ਧਾਰਾ 164 ਹੁੰਦੀ ਆ, ਉਹਦੇ ਵਿੱਚ ਉਹ ਵਿਅਕਤੀ ਜੇ ਕਨਫੈਸ ਕਰ ਲੈਂਦਾ ਕਿ ਮੈਂ ਵਾਕਿਆ ਵਿੱਚ ਸ਼ਾਮਲ ਸੀ ਪਰ ਉਹਨੂੰ ਸਜ਼ਾ ਨਹੀਂ ਹੁੰਦੀ, ਯਾਨੀ ਕਿ ਸਰਕਾਰੀ ਵਾਅਦਾ ਮਾਫ ਬਣ ਜਾਂਦਾ। ਕੋਈ ਬੰਦਾ ਖੜਾ ਕਰ ਲਿਆ ਜੀ ਬੀਜੇਪੀ ਨੇ ਉਹਦੇ ਖਿਲਾਫ, ਜਿਹੜਾ ਇਹ ਸਾਰੀ ਚੀਜ਼ ਜਿਹੜੀ ਆ ਹੁਣ ਉਹਦਾ ਜਿਹੜੀ ਉਹ ਪੋਟਰੀ ਖੁੱਲ ਜਾਏਗੀ ਆਉਣ ਵਾਲੇ ਸਮੇਂ 'ਚ। ਨਹੀਂ, ਉਹਨੇ ਸਤਿੰਦਰ ਦੇ ਅਗੇਂਸਟ ਨਹੀਂ ਖੜਾ ਕੀਤਾ। ਉਹ ਜਿਹੜਾ ਬੰਦਾ ਹੈ ਉਹ ਹੈਗਾ ਆਪਣੇ ਸ਼ਰਾਬ ਦਾ ਇੱਕ ਠੇਕੇਦਾਰ ਸੀਗਾ, ਜਿਹਨੂੰ ਠੇਕਾ ਦਿੱਤਾ ਗਿਆ ਸੀਗਾ। ਹਾਂਜੀ ਉਹ ਬਕਾਇਦਾ ਉਹ ਬਕਾਇਦਾ ਜਿਹੜਾ ਇਸ ਵਕਤ ਆਪਣੇ ਡਿਪਟੀ ਚੀਫ ਮਿਨਿਸਟਰ ਨੇ ਨਾ ਦਿੱਲੀ ਦੇ ਸਿਸੋਦੀਆ ਸਾਹਿਬ। ਹਾਂਜੀ, ਸਿਸੋਦੀਆ ਸਾਹਿਬ ਦੇ ਅਗੇਂਸਟ ਉਹ ਬੰਦਾ ਖੜਾ ਹੋਇਆ। ਅੱਛਾ ਔਰ ਜਿਹੜਾ ਸਤਿੰਦਰ ਉਹਦੇ ਅਗੇਂਸਟ ਇੱਕ ਸੁੱਖੂ ਹੈਗਾ ਜਿਹੜਾ ਕਿ ਬੜਾ ਵੱਡਾ ਜੀ ਆਪਣਾ ਮਾਫੀਆ ਦਾ ਲੀਡਰ ਹੈ, ਜੇਲ੍ਹ ਦੇ ਵਿੱਚ। ਉਹਨੇ 3 ਚਿੱਠੀਆਂ ਪਾਈਆਂ ਨੇ ਲੈਫਟੀਨੈਂਟ ਜਨਰਲ ਨੂੰ ਕਿ ਮੈਂ 40 ਕਰੋੜ ਰੁਪਈਆ 40 ਕਰੋੜ ਰੁਪਈਆ ਜੈਨ ਨੂੰ ਹਾਂਜੀ ਕੇਜਰੀਵਾਲ ਦੇ ਕਹਿ ਦੇ ਦਿੱਤਾ। ਔਰ ਕੇਜਰੀਵਾਲ ਦੀ ਮੀਟਿੰਗ ਦੇ ਵਿੱਚ ਉਹ ਕੇਜਰੀਵਾਲ ਉੱਥੇ ਬੈਠਾ ਹੋਇਆ ਸੀ, ਉਹਨੇ 3 ਚਿੱਠੀਆਂ ਲਿਖੀਆਂ ਨੇ। ਉਹਨੇ ਲਿਖਿਆ ਕਿ ਕੇਜਰੀਵਾਲ ਨੂੰ ਤੁਸੀਂ ਜੇਲ੍ਹ 'ਚ ਪਾਓ, ਮੈਂ ਬਿਆਨ ਦਵਾਂਗਾ ਕਿ ਕੇਜਰੀਵਾਲ ਨੇ ਮੈਨੂੰ ਕਿਹਾ ਸੀ ਤੂੰ 100 ਕਰੋੜ ਰੁਪਈਆ ਇਕੱਠਾ ਕਰਕੇ ਮੈਨੂੰ ਦੇ, ਤੇ ਤਾਂ ਕਿ ਮੈਂ ਸਾਊਥ ਵਿੱਚ ਜਾ ਕੇ ਆਪਣੇ ਬੰਦਿਆਂ ਨੂੰ ਖੜਾ ਕਰ ਸਕਾਂ, ਆਪਣੀ ਪਾਰਟੀ ਨੂੰ ਖੜਾ ਕਰ ਸਕਾਂ। ਇਹ ਇੱਕ ਬਹੁਤ, ਦੇਖੋ ਇਹਦੇ ਪਿੱਛੇ ਬਹੁਤ ਵੱਡੀ ਜਿਹੜੀ ਮੂਵਮੈਂਟ ਹੈ। ਦੇਖੋ ਦੁਨੀਆ, ਮੈਂ ਸਮਝਦਾ ਹਿੰਦੁਸਤਾਨ ਦੇ ਵਿੱਚ ਇੱਕ ਬੜੇ ਖਤਰਨਾਕ ਮੈਂ ਬੰਦਿਆਂ ਨੂੰ ਜਾਣਦਾ ਜਿਹੜੇ ਪੈਦਾ ਹੋਏ ਨੇ ਕਾਂਗਰਸ ਦੇ ਵਿੱਚ ਵੀ, ਪਰ ਜੋ ਇਸ ਵਕਤ ਹਿੰਦੁਸਤਾਨ ਦੇ ਮਤਲਬ ਵਿੱਚ ਹੋਮ ਮਿਨਿਸਟਰੀ ਦੇ ਮਿਨਿਸਟਰ ਕਰ ਰਹੇ ਨੇ, ਔਰ ਜਿਸ ਢੰਗ ਦੇ ਨਾਲ ਬੀਜੇਪੀ ਬੰਦਿਆਂ ਨੂੰ ਤੋੜ ਕੇ ਅੱਗੇ ਲੈ ਕੇ ਆ ਰਹੀ ਹੈ ਜੀ, ਕਿਸ ਢੰਗ ਦੇ ਨਾਲ ਉਹ ਬੰਦਿਆਂ ਤੋਂ ਬਿਆਨ ਦਵਾ ਰਹੀ ਹੈ, ਲੈਟਰਾਂ ਲਿਖਵਾ ਰਹੀ ਹੈ, ਇਹ ਇੱਕ ਬਹੁਤ ਵੱਡਾ ਜੀ ਇਹਦੇ ਪਿੱਛੇ ਸਿਰਫ ਇਹੋ ਹੀ ਸਿਸਟਮ ਹੈਗਾ। ਪਹਿਲਾਂ ਉਹਨਾਂ ਨੇ ਕਾਂਗਰਸ ਨੂੰ ਖਤਮ ਕੀਤਾ, ਹੁਣ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੇ ਵਿੱਚ ਪੂਰੇ ਦਾ ਪੂਰਾ ਜ਼ੋਰ ਲਗਾ ਦਿੱਤਾ। ਔਰ ਆਉਣ ਵਾਲੇ ਟਾਈਮ ਦੇ ਤੁਸੀਂ ਦੇਖੋਗੇ ਕਿ ਆਮ ਆਦਮੀ ਪਾਰਟੀ ਵਿਲ ਬੀ ਇਨ ਵੈਰੀ ਵੈਰੀ ਡਿਫਿਕਲਟ ਸਿਚੁਏਸ਼ਨ, ਜਿਸ ਢੰਗ ਦੇ ਨਾਲ ਉਹਨਾਂ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ। ਇੱਥੋਂ ਤੱਕ ਕਿਹਾ ਜਾ ਰਿਹਾ ਕਿ ਕੇਜਰੀਵਾਲ ਨੂੰ ਹੁਣ ਬਕਾਇਦਾ ਲਾਈਵ ਡਿਟੈਕਟਰ ਜਿਹੜਾ ਹੈਗਾ, ਲਾਈਵ ਡਿਟੈਕਟਰ, ਉਹਦੇ ਤੇ ਬੈਠ ਕੇ ਆਪਣਾ ਪੂਰੇ ਦਾ ਪੂਰਾ ਬਿਆਨ ਦੇਣਾ ਚਾਹੀਦਾ। ਇਹਨਾਂ ਦੋ ਵਿਅਕਤੀਆਂ ਨੂੰ ਭਾਵੇਂ ਲਾਈਵ ਟਰੈਕਟਰ ਤੇ ਬਿਠਾ ਲਓ, ਉਹ ਫੇਲ ਹੋ ਜਾਣਾ ਜੀ। ਉਹ ਫੇਲ ਹੋ ਜਾਣਾ। ਇਹ ਉਹਨਾਂ ਤੋਂ ਤਿੱਖੇ ਆ, ਉਹਨਾਂ ਮਸ਼ੀਨਾਂ ਤੋਂ ਅੱਗੇ ਲੰਘੇ ਹੋਏ ਮਨੁੱਖ ਨੇ, ਇਹਨਾਂ ਨੂੰ ਕੁਝ ਨਹੀਂ ਹੋਣ ਲੱਗਾ। ਅੱਛਾ ਡਾਕਟਰ ਸਾਹਿਬ, ਭਾਰਤ ਨੂੰ G20 ਦੀ ਅੱਜ ਲੀਡਰਸ਼ਿਪ ਮਿਲੀ ਆ। ਕਿਹਾ ਜਾ ਰਿਹਾ ਕਿ ਹੁਣ
ਉਹਦੀ ਜਿਹੜੀ ਚੇਅਰ ਹੈ ਉਹ ਭਾਰਤ ਕੋ ਹੋਏਗੀ ਤੇ G20 ਦੀ ਅਗਲੀ ਕਾਨਫਰੰਸ ਵੀ ਜਿਹੜੀ ਆ ਉਹ ਭਾਰਤ ਦੇ ਪੰਜਾਬ ਦੇ ਸ਼ਹਿਰ ਮੈਂ ਅੱਗੇ ਜਾ ਕੇ ਕਹਿ ਲਵਾਂ ਅੰਮ੍ਰਿਤਸਰ 'ਚ ਹੋ ਰਹੀ ਆ। ਤੇ ਅੰਮ੍ਰਿਤਸਰ ਸ਼ਹਿਰ ਨੂੰ ਖਬਰਾਂ ਆ ਰਹੀਆਂ ਨੇ ਕਿ ਮੋਦੀ ਸਾਹਿਬ ਨੇ ਕਿਹਾ ਕਿ ਅਸੀਂ ਡਿਵੈਲਪ ਕਰਾਂਗੇ ਮਾਰਚ ਦੇ ਮਹੀਨੇ ਤੱਕ 100 ਕਰੋੜ ਰੁਪਈਆ ਅੰਮ੍ਰਿਤਸਰ ਦੀ ਖੂਬਸੂਰਤੀ ਦੇ ਉੱਤੇ ਜਿਹੜਾ ਉਹ ਲਾਵਾਂਗੇ। ਇਹ G20 ਦੀ ਕਿੰਨੀ ਕੁ ਅਹਿਮੀਅਤ ਆ ਤੇ ਉਹਦੇ ਨਾਲ ਕੀ ਭਾਰਤ ਦਾ ਕੱਦ ਕਾਠ ਕਿੰਨਾ ਕੁ ਵੱਡਾ ਹੁੰਦਾ? ਖੈਰ ਉਹ ਤਾਂ ਰੋਟੇਸ਼ਨ ਹੋਏਗੀ, ਮਿਲਣੀ ਹੁੰਦੀ ਆ, ਪਰ ਤੁਹਾਨੂੰ ਕੀ ਲੱਗਦਾ ਇਹ ਨਿਊਜ਼ ਕਿਸ ਤਰ੍ਹਾਂ ਲੈਣੀ ਚਾਹੀਦੀ ਆ? ਦੇਖੋ, ਪਹਿਲੀ ਗੱਲ ਹੈ ਮੋਦੀ ਸਾਹਿਬ ਨੇ ਨਹੀਂ ਕਿਹਾ 100 ਕਰੋੜ, ਇਹ ਕੈਬਨਿਟ ਨੇ, ਪੰਜਾਬ ਦੀ ਕੈਬਨਿਟ ਨੇ ਅਪਰੂਵ ਕੀਤਾ 100 ਕਰੋੜ ਰੁਪਈਆ ਕੱਲ, ਕਿ ਅਸੀਂ 100 ਕਰੋੜ ਰੁਪਈਆ ਦੀ ਬਿਊਟੀਫਿਕੇਸ਼ਨ ਕਰਾਂਗੇ ਅੰਮ੍ਰਿਤਸਰ ਦੀ। ਮੋਦੀ ਸਾਹਿਬ ਦਾ ਨਹੀਂ ਉਹ 'ਚ 100 ਕਰੋੜ ਹੈ ਸਰ। ਸੈਂਟਰ ਗਵਰਨਮੈਂਟ ਦੀ ਮੈਂ ਨਿਊਜ਼ ਪੜ੍ਹੀ ਸੀ ਵੀ 100 ਕਰੋੜ ਰੁਪਈਆ ਸੈਂਟਰ ਗਵਰਨਮੈਂਟ ਫੰਡ ਦੇ ਰਹੀ ਆ। ਉਹ ਬਾਦਸ਼ਾਹ ਉਹ ਲੱਗ ਦੇ ਕਿ ਪੰਜਾਬ ਗਵਰਨਮੈਂਟ ਨੇ ਕੱਲ ਫੈਸਲਾ ਕੀਤਾ ਸਬ ਕਮੇਟੀ ਨੇ, ਜਿਹਦੇ ਵਿੱਚ ਉਹਨਾਂ ਦੇ ਤੁਹਾਡੇ ਮਿੱਤਰ ਦੋਸਤ ਵੀ ਨਾਲ ਬੈਠੇ ਹੋਏ ਸੀਗੇ ਸਬ ਕਮੇਟੀ ਦੇ ਵਿੱਚ, ਹਾਂਜੀ, ਤੇ ਨਾਲ ਚੇਅਰਮੈਨਸ਼ਿਪ ਜਿਹੜੀ ਸੀਗੀ ਉਹ ਸ਼ਾਇਦ ਇੱਕ ਹੋਰ ਮਿਨਿਸਟਰ ਸੀ ਜਿਨ੍ਹਾਂ ਦੀ ਦਾੜੀ ਬੜੀ ਸਫੇਦ ਹੈਗੀ ਆ, ਉਹ ਸੀਗੇ ਮਿਨਿਸਟਰ, ਉਹਨਾਂ ਦੀ ਚੇਅਰਮੈਨਸ਼ਿਪ ਨਿੱਜਰ ਸਾਹਿਬ, ਡਾਕਟਰ ਇੰਦਰਵੀਰ ਨਿੱਜਰ। ਹਾਂਜੀ ਹਾਂਜੀ, ਉਹਨਾਂ ਦੀ ਚੇਅਰਮੈਨਸ਼ਿਪ ਦੇ ਵਿੱਚ ਹੋਇਆ 100 ਕਰੋੜ ਉਹਨਾਂ ਨੇ ਅਪਰੂਵ ਕੀਤਾ। ਬਾਕੀ ਨੈਚੁਰਲੀ ਜਦੋਂ G20 ਹੋਣੀ ਹੈ ਤੇ ਸੈਂਟਰ ਨੇ ਤੇ ਖਰਚ ਕਰਨਾ ਹੀ ਕਰਨਾ, ਲੇਕਿਨ ਪੰਜਾਬ ਗਵਰਨਮੈਂਟ ਨੇ ਵੀ ਫੈਸਲਾ ਕੀਤਾ ਕਿ ਅਸੀਂ 100 ਕਰੋੜ ਰੁਪਈਆ ਖਰਚ ਕਰਾਂਗੇ। ਜਿੱਥੋਂ ਤੱਕ G20 ਔਰ G7, ਦਿਸ ਇਜ਼ ਆਲ ਅ ਫਾਰਸ ਇਨ ਦਾ ਵਰਲਡ। ਇਹ ਅਮੀਰਾਂ ਆਦਮੀਆਂ ਦੀ ਇੱਕ ਬਹੁਤ ਵੱਡੀ ਹਾਂਜੀ ਇੱਕ ਸੰਗਠਨ ਹੈ, ਇੱਕ ਐਸੋਸੀਏਸ਼ਨ ਹੈ, ਜਿੱਥੇ ਬੈਠ ਕੇ ਖਾਣਾ ਪੀਣਾ ਚੱਲਦਾ। ਮੋਦੀ ਸਾਹਿਬ ਤੇ ਚਲੋ ਨਹੀਂ ਉਸ ਖਾਣ ਪੀਣ 'ਚ ਪੈਂਦੇ, ਉਹਨਾਂ ਦਾ ਕੁੱਕ ਵੀ ਆਪਣਾ ਹੀ ਜਾਂਦਾ G20 ਦੇ ਵਿੱਚ ਵੀ, ਭਾਵੇਂ ਉਹ G20 ਦੀ ਮੀਟਿੰਗ ਹੋਵੇ ਤੇ ਭਾਵੇਂ ਉਹ ਯੂਨਾਈਟਿਡ ਨੇਸ਼ਨ ਦੀ, ਹਿਸ ਕੁੱਕ ਟਰੈਵਲਡ ਵਿਦ ਹਿਮ। ਸੋ ਜਿਸ ਤਰ੍ਹਾਂ ਅਮਿਤਾਭ ਬੱਚਨ ਦਾ ਕੁੱਕ ਹਰ ਜਗ੍ਹਾ ਤੇ ਉਹਨਾਂ ਦੇ ਨਾਲ ਜਾਂਦਾ, ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਅਮਿਤਾਭ ਬੱਚਨ ਜਾਣ, ਇਸੇ ਢੰਗ ਦੇ ਨਾਲ ਮੋਦੀ ਸਾਹਿਬ ਦਾ ਕੁੱਕ ਉਹਨਾਂ ਦੇ ਨਾਲ ਜਾਂਦਾ, ਉਹ ਜੋ ਬਣਾਉਂਦਾ ਉਹੀ ਉਹ ਖਾਂਦੇ ਨੇ। ਸੋ ਇਸ ਕਰਕੇ ਇਹ ਜਿਹੜੀ ਰੋਟੇਸ਼ਨ ਦੇ ਵਿੱਚ ਤੁਸੀਂ ਪਹਿਲਾਂ ਹੀ ਗੱਲ ਕਰ ਦਿੱਤੀ, ਇਹਦੇ 'ਚ ਕੋਈ ਏਡੀ ਵੱਡੀ ਗੱਲ ਥੋੜਾ ਕਿ ਬੜਾ ਵੱਡਾ ਜੀ ਮੋਦੀ ਸਾਹਿਬ ਨੂੰ ਮਿਲ ਗਿਆ ਖਿਤਾਬ, ਇਹ ਤੇ ਰੋਟੇਸ਼ਨ ਹੈ। ਉਸ ਤੋਂ ਪਹਿਲਾਂ ਇੰਡੋਨੇਸ਼ੀਆ ਦਾ ਸੀਗਾ ਪ੍ਰੈਜ਼ੀਡੈਂਟ। ਸੋ ਇਹ ਕਿਹੜੀ ਏਡੀ ਵੱਡੀ ਗੱਲ ਹੈ? ਦੇयर इज नथिंग वेरी स्पेशल अबाउट इट। ਇਹ ਤੇ ਇੱਕ ਪ੍ਰੋਪੇਗੈਂਡਾ ਹੈ। ਹਿੰਦੁਸਤਾਨ ਦਾ ਸਾਰਾ ਜਿਹੜਾ ਮੀਡੀਆ ਉਹ ਮੋਦੀ ਮੀਡੀਆ। ਸੋ ਮੋਦੀ ਮੀਡੀਆ ਜਿਹੜਾ ਉਹ ਗੋਦੀ ਮੀਡੀਆ, ਮੋਦੀ ਮੀਡੀਆ ਬਣ ਗਿਆ ਦਾ ਗੋਦੀ ਮੀਡੀਆ। ਸੋ ਗੋਦੀ ਮੀਡੀਆ ਜਿਹੜਾ ਤੁਹਾਡੇ ਸਾਹਮਣੇ ਅੱਜ ਜੋ ਕੁਝ ਕਰ ਰਿਹਾ ਤੁਸੀਂ ਉਹਨੂੰ ਜਾਣਦੇ ਹੀ। ਡਾਕਟਰ ਸਾਹਿਬ, ਵੈਸੇ ਕਿੰਨੀ ਸ਼ਾਹੀ ਫੀਲਿੰਗ ਆਉਂਦੀ ਹੋਏਗੀ ਜਦੋਂ ਕੁੱਕ ਵੀ ਆਪਣਾ ਜਾ ਰਿਹਾ ਤੇ ਨਾਲੇ ਪਰਦੇ ਵੀ ਤੇ ਰਹਿ ਜਾਂਦੇ ਹੋਣਗੇ ਨਾ ਜੀ, ਪਤਾ ਨਹੀਂ ਕੀ ਖਾਂਦੇ ਹੋਣਗੇ ਜਿਹੜਾ ਬਾਹਰ ਨਹੀਂ ਦੱਸਣਾ। ਉਹ ਰਾਜੇ ਭੂਪਿਆਂ ਨੂੰ ਭਾਵੇਂ ਉੱਥੇ ਕੁਸ਼ਤੇ ਮਾਰ ਕੇ ਖਵਾਉਂਦਾ ਹੋਵੇ ਉਹਨਾਂ ਦਾ ਕੁੱਕ। ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਕਿ ਕੁੱਕ ਜਿਹੜਾ ਅਮਰੀਕਨ ਪ੍ਰੈਜ਼ੀਡੈਂਟ ਵੀ ਜਦੋਂ ਟਰੈਵਲ ਕਰਦਾ ਜੀ, ਔਰ ਰਸ਼ੀਅਨ ਪ੍ਰੈਜ਼ੀਡੈਂਟ ਵੀ ਜਦੋਂ ਟਰੈਵਲ ਕਰਦਾ, ਚਾਈਨੀਜ਼ ਪ੍ਰੈਜ਼ੀਡੈਂਟ ਵੀ ਜਦੋਂ ਟਰੈਵਲ ਕਰਦਾ, ਉਹਨਾਂ ਦੇ ਕੁੱਕ ਵੀ ਉਹਨਾਂ ਦੇ ਨਾਲ ਟਰੈਵਲ ਕਰਦੇ। ਮੈਨੂੰ ਲੱਗਦਾ ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ ਵੈਸੇ ਇੰਪੋਰਟੈਂਟ ਵੀ ਆ ਕਿ ਜਿਹੜੇ ਇਹੋ ਜਿਹੇ ਲੋਕ ਨੇ ਉਹਨਾਂ ਦੀ ਸਿਕਿਉਰਿਟੀ ਦੀ ਖਾਤਰ, ਨਹੀਂ ਤੇ ਆਪਾਂ ਅੱਜ ਤੱਕ ਉਲਝੇ ਪਏ ਕਿ ਲਾਲ ਬਹਾਦਰ ਸ਼ਾਸਤਰੀ ਕੀ ਖਾ ਕੇ ਮਰ ਗਏ ਵਿਚਾਰੇ, ਗਰੀਬ ਬੰਦਾ। ਤੁਸੀਂ ਹੈਰਾਨ ਹੋਵੋਗੇ ਹਰਜੀਤ ਜੀ, ਜਦੋਂ ਕਿਤੇ ਸਟੇਟ ਡਿਨਰ ਹੁੰਦਾ ਨਾ, ਇੱਕ ਫੂਡ ਟੇਸਟ ਕੀਤੀ ਜਾਂਦੀ ਹੈ ਬਾਈ ਦੀ ਪੀਪਲ ਆਫ ਦਾ ਪ੍ਰੈਜ਼ੀਡੈਂਟ ਆਫ USA। ਭਾਵੇਂ ਮਹਾਰਾਣੀ ਕੁਈਨ ਐਲਿਜ਼ਾਬੈਥ ਡਿਨਰ ਦਿੰਦੀ ਸੀਗੀ, ਉਹ ਵੀ ਜਿਹੜੀ ਫੂਡ ਸਰਵ ਹੋਣੀ ਹੈ ਦੈਟ ਵਿਲ ਬੀ ਟੇਸਟਡ ਬਾਈ ਦੀ ਪੀਪਲ ਆਫ ਅਮਰੀਕਨ ਪ੍ਰੈਜ਼ੀਡੈਂਟ। ਇਹ ਕਿੰਨੀ ਇਨਸਲਟ ਹੈ ਉਸ ਕੰਟਰੀ ਦੀ। ਫਿਰ ਬੌਸ ਜੋ ਹੈ ਜੀ, ਅਮਰੀਕਾ ਅੱਜ ਦੇ ਯੁੱਗ ਦਾ ਬੌਸ ਹੈ ਤੇ ਫਿਰ ਉਹਨਾਂ ਦੀ ਚੱਲਣੀ ਹੈ ਨਾ। ਰਾਣੀ ਦਾ ਯੁੱਗ ਲੰਘ ਗਿਆ, ਹੁਣ ਉਹਨਾਂ ਦਾ ਜਿਹਨਾਂ ਦਾ ਯੁੱਗ ਹੈ ਉਹਨਾਂ ਨੇ ਆਪਣੀ ਚਲਾਉਣੀ ਹੈ, ਉਹ ਤੇ ਹੈ। ਅੱਛਾ ਡਾਕਟਰ ਸਾਹਿਬ, ਆਪਾਂ ਮੁੜ ਕੇ ਕੈਨੇਡਾ ਵੱਲ ਆਈ ਹੈ। ਜਿਵੇਂ ਕਿ ਆਪਣੇ ਡਗ ਫੋਰਡਰਾਂ ਦੀ ਸਟੇਟਮੈਂਟ ਸੁਣ ਰਿਹਾ ਸੀਗਾ, ਇੱਕ ਤੇ ਹੈਲਥ ਦਾ ਸਾਡੇ ਸਿਸਟਮ ਦਾ ਬੁਰਾ ਹਾਲ ਲਗਭਗ ਆਪਾਂ ਨੂੰ ਲੱਗ ਰਿਹਾ ਹੋ ਰਿਹਾ ਆ, ਤੇ ਹੈਲਥ ਸਿਸਟਮ 'ਚ ਕੁਝ ਸਟੇਟਾਂ ਨੇ ਯੂਨੀਅਨ ਬਣਾਈ ਆ ਕਿ ਸਾਨੂੰ ਮਿਨੀਮਮ ਜਿਹੜੀ ਫੈਡਰਲ ਗੌਰਮੈਂਟ ਆ 35% ਜਿਹੜਾ ਵਾ ਉਹ ਸ਼ੇਅਰ ਦੇਵੇ ਹੈਲਥ ਲਈ। ਤੇ ਹੈਲਥ ਮਿਨਿਸਟਰਾਂ ਨੇ ਕੁਝ ਸ਼ਰਤਾਂ ਲਾਈਆਂ ਨੇ ਕਿ ਤੁਸੀਂ ਇੱਦਾਂ ਦਾ ਡਾਟਾ ਬਣਾਓ, ਇਹ ਕਰੋ।
ਇਸ ਖਬਰ ਤੇ ਥੋੜੀ ਜਿਹੀ ਚਰਚਾ ਕਰ ਲਈਏ, ਕਿਉਂਕਿ ਤੁਸੀਂ ਡਾਕਟਰ ਵੀ ਹੋ, ਹੈਲਥ ਦੀਆਂ ਚੀਜ਼ਾਂ ਸਮਝਦੇ ਹੋ। ਤੇ ਜਿਹੜਾ ਹੈਲਥ ਸਿਸਟਮ ਹੈ ਸਾਡਾ ਹੌਲੀ ਹੌਲੀ ਇਹ ਬੜਾ ਡਿਟੀਰੀਓਰੇਟ ਹੋ ਰਿਹਾ। ਇਹਦੇ ਲਈ ਐਂ ਲੱਗਦਾ ਹੁੰਦਾ ਕਿ ਜਿੱਦਾਂ ਬਹੁਤਾ ਲੋਕਾਂ ਨੂੰ ਇਹ ਸ਼ੱਕ ਹੁੰਦਾ ਕਿ ਜਿਹੜੇ ਡਗ ਫੋਰਡ ਨਹੀਂ ਆ ਉਹ ਇਹਦੇ ਲਈ ਕੁਝ ਨਹੀਂ ਕਰਨਾ ਚਾਹੁੰਦੇ, ਪ੍ਰਾਈਵੇਟੇਸ਼ਨ ਕਰਨਾ ਚਾਹੁੰਦੇ ਆ, ਕਿਉਂਕਿ ਜਿਹੜੀਆਂ ਇਹ ਕੰਜ਼ਰਵੇਟਿਵ ਪਾਰਟੀਆਂ ਨੇ ਇਹਨਾਂ ਦੀ ਪਾਲਿਸੀ ਆ ਕਿ ਇਹ ਜਿਹੜੇ ਪ੍ਰੋਗਰਾਮ ਨੇ ਗੌਰਮੈਂਟ ਪਬਲਿਕ ਜਿਹੜੇ ਆ ਉਹ ਸਾਂਝੇ ਕਰਕੇ ਤੇ ਪ੍ਰਾਈਵੇਟੇਸ਼ਨ ਵੱਲ ਵਧਿਆ ਜਾਵੇ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਹਾਲਾਤ ਕੀ ਆ? ਦੇਖੋ ਅਰਜੀਤ ਜੀ, ਬੇਸਿਕਲੀ ਜਿਹੜੀ ਰਿਐਲਿਟੀ ਆ ਉਹ ਤੇ ਹੋਈ ਆ ਜਿਵੇਂ ਇੰਗਲੈਂਡ ਦੇ ਵਿੱਚ ਕੀਤਾ ਗਿਆ। ਇੰਗਲੈਂਡ ਦਾ ਜਿਹੜਾ ਸਿਸਟਮ ਸੀਗਾ ਉਹ ਕੈਨੇਡਾ ਤੋਂ ਪਹਿਲਾਂ ਸ਼ੁਰੂ ਹੋਇਆ ਸੀਗਾ। ਇੰਗਲੈਂਡ ਦਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਵੀ ਪ੍ਰਾਈਵੇਟਾਈਜੇਸ਼ਨ ਆਈ ਕਿ ਜਿਹੜੇ ਅਮੀਰ ਆਦਮੀ ਨੇ ਉਹ ਆਪਣੀ ਇੰਸ਼ੋਰੈਂਸ ਖਰੀਦ ਕੇ ਹਾਂਜੀ ਆਪਣੇ ਡਾਕਟਰਾਂ ਨੂੰ ਤੁਸੀਂ ਜਿਹੜਾ ਪ੍ਰਾਈਵੇਟਲੀ ਮਿਲ ਸਕਦੇ ਹੋ। ਇਹ ਅਲਟੀਮੇਟਲੀ ਹੋਣਾ ਹੀ ਹੋਣਾ, ਕਿਉਂਕਿ ਜਿਹੜਾ ਸਿਸਟਮ ਹੈ ਇਸ ਵਕਤ, ਮੈਂ ਤੁਹਾਨੂੰ ਇੱਕ ਸਿੰਪਲ ਜੀ ਗੱਲ ਦੱਸ ਦਿੰਦਾ ਆਪਣੀ। ਮੈਨੂੰ ਇੱਕ ਨਿਊਰੋ ਸਰਜਨ ਸਪਾਈਨ ਦੀ ਜ਼ਰੂਰਤ ਹੈਗੀ ਆ। ਮੈਂ 6 ਮਹੀਨੇ ਤੋਂ ਆਪਣੀ ਫੈਮਿਲੀ ਡਾਕਟਰ ਨਾਲ ਲੜ ਰਿਹਾ। ਉਹ ਕਹਿੰਦੀ ਮੈਂ 2 ਚਿੱਠੀਆਂ ਪਾ ਦਿੱਤੀਆਂ, ਮੈਨੂੰ ਅਜੇ ਤੱਕ ਜਵਾਬ ਨਹੀਂ ਆਇਆ। ਮੈਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਮੈਂ ਕਿਹੜੇ ਨਿਊਰੋ ਸਰਜਨ ਸਪਾਈਨ ਵਾਲੇ ਨੂੰ ਮਿਲਣਾ। ਸੋ ਇਹ ਇੱਕ ਬੜੀ ਵੱਡੀ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ, ਔਰ ਉਹ ਪ੍ਰੋਬਲਮ ਅਲਟੀਮੇਟਲੀ ਸੋਲਵ ਜਿਸ ਤਰ੍ਹਾਂ ਆਪਣੇ ਪ੍ਰਾਈਵੇਟ ਇੰਸ਼ੋਰੈਂਸ ਇੰਗਲੈਂਡ ਦੇ ਵਿੱਚ ਹੋਈ ਹੈ, ਪ੍ਰਾਈਵੇਟ ਇੰਸ਼ੋਰੈਂਸ ਅਲਬਰਟਾ ਦੇ ਵਿੱਚ ਹੋਈ ਹੈ। ਉਹ ਪ੍ਰਾਈਵੇਟ ਇੰਸ਼ੋਰੈਂਸ ਜਿਹੜੀ ਹੈ ਨਾ ਜੀ, ਅਲਟੀਮੇਟਲੀ ਇੱਥੇ ਵੀ ਹੋਣੀ ਹੀ ਹੋਣੀ ਹੈ। ਉਹ ਤੁਸੀਂ ਉਹ ਤੋਂ ਨਹੀਂ ਬਚ ਸਕਦੇ, ਕਿਉਂਕਿ ਜੇ ਤੁਸੀਂ ਆਪਣੀ ਲਾਈਫ ਨੂੰ ਬਚਾਉਣਾ ਚਾਹੁੰਦੇ ਹੋ, ਜੇ ਤੁਸੀਂ ਚਾਹੁੰਦੇ ਹੋ ਤੁਹਾਨੂੰ ਐਕਸਪਰਟ ਮਿਲਣ, ਤੇ ਜਿਹੜੇ ਲੋਕ ਅਫੋਰਡ ਕਰ ਸਕਣਗੇ ਇੰਸ਼ੋਰੈਂਸ ਉਹ ਲੈ ਲੈਣਗੇ। ਜਿਹੜੇ ਨਹੀਂ ਕਰ ਸਕਦੇ ਉਹ ਕਮ ਸੇ ਕਮ ਹਸਪੀਟਲ। ਦੇਖੋ ਮੈਂ ਇੱਕ ਪ੍ਰਾਈਵੇਟ ਇੰਸ਼ੋਰੈਂਸ ਦਾ ਜਿਹੜਾ ਫਾਇਦਾ ਤੁਹਾਨੂੰ ਦੱਸਣ ਲੱਗਾ ਉਹ ਇਹ ਹੈ ਕਿ ਜਿਹੜਾ ਇਸ ਵਕਤ ਹਸਪੀਟਲਾਂ ਦੇ ਉੱਪਰ ਬਹੁਤ ਜ਼ਿਆਦਾ ਪ੍ਰੈਸ਼ਰ ਪਿਆ ਹੋਇਆ, ਔਰ ਜਿਹੜੇ ਸਪੈਸ਼ਲਿਸਟ ਨੇ ਉਹਨਾਂ ਦੇ ਪ੍ਰੈਸ਼ਰ ਪਿਆ ਦਾ, ਉਹ ਪ੍ਰੈਸ਼ਰ ਘਟ ਜਾਏਗਾ। ਤੁਹਾਨੂੰ ਹਸਪੀਟਲ ਦੇ ਵਿੱਚ 12 ਘੰਟੇ ਦੀ ਵੇਟ ਜਿਹੜੀ ਹੈ 4 ਤੋਂ 6 ਘੰਟੇ ਵਿੱਚ ਹੋ ਜਾਏਗੀ। ਲੇਕਿਨ ਇਹ ਇੰਨੀ ਆਸਾਨੀ ਨਾਲ ਨਹੀਂ ਹੋਣਾ, ਕਿਉਂਕਿ ਇਹ ਹੈਗਾ ਪੋਲੀਟੀਕਲ, ਇਹ ਹੈਗਾ ਵੋਟ ਬੈਂਕ। ਵੋਟ ਬੈਂਕ ਲਈ ਬੜਾ ਜ਼ਰੂਰੀ ਆ ਕਿ ਇਹੋ ਜਿਹਾ ਕੋਈ ਐਕਸ਼ਨ ਨਾ ਲਵੇ। ਅੱਛਾ, ਫੋਰਡ ਨੂੰ ਤੇ ਪਤਾ ਉਹਨੇ ਤੇ ਹੁਣ ਦੁਬਾਰਾ ਬਣਨਾ ਨਹੀਂ, ਕਿਉਂਕਿ ਫੋਰਡ ਨੇ ਆਲਰੇਡੀ ਇੰਨਾ ਜ਼ਿਆਦਾ ਨਾਰਾਜ਼ਗੀ ਪੈਦਾ ਕਰ। ਇਸ ਵੇਲੇ ਸਭ ਤੋਂ ਅਨਪਾਪੂਲਰ ਕੋਈ ਪ੍ਰੀਮੀਅਰ ਹੈਗਾ ਕੈਨੇਡਾ ਦੇ ਵਿੱਚ 18% ਉਹ ਫੋਰਡ ਹੈ। ਸੋ ਫੋਰਡ ਨੂੰ ਤੇ ਅਲਟੀਮੇਟਲੀ ਪਤਾ ਕਿ ਮੈਂ ਤੇ ਜਿਹੜੇ 8 ਸਾਲ ਰਾਜ ਕਰਨਾ ਸੀ ਮੈਂ ਕਰ ਲਿਆ, ਉਹਦੇ ਬਾਅਦ ਤੇ ਮੈਂ ਰਾਜ ਹੁਣ ਹੋਣਾ ਨਹੀਂ। ਸੋ ਉਹਦੇ ਚ ਫੋਰਡ ਐਡਾ ਵੱਡਾ ਰੋਲ ਨਹੀਂ ਪਲੇ ਕਰ ਰਿਹਾ। ਫੋਰਡ ਤੇ ਫਿਰ ਵੀ ਟਰੂਡੋ ਦੇ ਨਾਲ ਚੱਲਣ ਨੂੰ ਤਿਆਰ ਆ, ਚੱਲਦਾ ਟਰੂਡੋ ਦੇ ਨਾਲ। ਬਲਕਿ ਇਨਫੈਕਟ ਕੰਜ਼ਰਵੇਟਿਵ ਪਾਰਟੀ ਵਾਲੇ ਜਿਹੜੇ ਕੈਨੇਡਾ ਵਾਲੇ ਨੇ ਉਹ ਨਾਰਾਜ਼ ਨੇ ਇਹਦੇ ਤੋਂ। ਉਹ ਕਹਿੰਦੇ ਨੇ ਵੀ ਤੂੰ ਟਰੂਡੋ ਦੇ ਨਾਲ ਜ਼ਿਆਦਾ ਦੋਸਤੀ ਬਣਾਈ ਹੋਈ ਹੈ, ਤੇ ਪੋਲੀਵਰ ਸਾਹਿਬ ਇਹ ਤੋਂ ਬਹੁਤ ਨਾਰਾਜ਼ ਨੇ। ਔਰ ਇਸ ਕਰਕੇ ਡਾਕਟਰ ਸਾਹਿਬ, ਪਰ ਜਿਹੜੀ ਅਫੋਰਡੇਬਿਲਟੀ ਹੈ ਲੋਕਾਂ ਦੀ, ਜਿਹੜੇ ਹਾਲਾਤ ਚੋਂ ਆਪਾਂ ਹੁਣ ਗੁਜ਼ਰ ਰਹੇ ਹਾਂ, ਇਹ ਗੱਲਾਂ ਤਾਂ ਆਪਾਂ ਸ਼ੁਰੂ ਤੋਂ ਹੀ ਸੁਣਦੇ ਆਏ। ਇਹ ਸਿਸਟਮ ਹੀ ਇੱਦਾਂ ਦਾ ਹੈ। ਮੇਰਾ ਇੱਕ ਦੋਸਤ ਅੱਜ ਕੱਲ੍ਹ ਆਇਆ ਹੈ ਜੀ, ਤੇ ਉਹ ਕਹਿੰਦਾ ਯਾਰ ਕੈਨੇਡਾ ਤੁਹਾਡਾ ਵੇਖਿਆ, ਉੱਥੇ ਲੈਣਾ ਲੱਗੀਆਂ, ਲੋਕੀ ਮਰਨ ਨੂੰ ਤਿਆਰ ਆ ਵੀ ਚੱਲੀਏ। ਹਾਲਾਂ ਉਹਦਾ ਬੇਟਾ ਤੇ ਉਹਨਾਂ ਦੇ ਵਾਈਫ ਦੋਨੋਂ ਹੀ ਬੜੇ ਅੱਛੀ ਪੋਸਟ 'ਤੇ ਨੇ, IT ਸੈਕਟਰ ਚੰਗੀ ਕਮਾਈ ਕਰਦੇ ਨੇ, ਪਰ ਉਹ ਕਹਿੰਦਾ ਕਿ ਹਾਲਾਤ ਇੱਦਾਂ ਦੇ ਬਣੇ ਆ ਕਿ ਜੋ ਤੁਸੀਂ ਮਰਜ਼ੀ ਪੁੱਠੇ ਸਿੱਧੇ ਹੋ ਲਓ, ਤੁਹਾਡੇ ਕੋਲ ਤਾਂ ਪੱਲੇ ਕੱਖ ਨਹੀਂ। ਇਹਦੇ ਨਾਲੋਂ ਤਾਂ ਇੰਡੀਆ 'ਚ ਅਸੀਂ ਸੌਖੀ ਜ਼ਿੰਦਗੀ ਜੀਨੇ ਆ। ਤੁਹਾਡੇ ਕੋਲ ਤੇ ਨਾ ਇਹ 2 ਦਿਨ ਦੇ ਤੇ ਪੈਸੇ ਨਹੀਂ ਹੈਗੇ ਤੁਹਾਡੇ ਕੋਲ ਅਗਲੇ ਕੰਮ ਕਰਨ ਲਈ। ਜੋ ਕੁਝ ਕਮਾਉਂਦੇ ਹੋ ਸਾਰਾ ਕੁਝ ਮੌਰਗੇਜ ਤੇ ਇੱਧਰ ਉੱਧਰ ਵੜ ਜਾਂਦਾ। ਹੁਣ ਤੇ ਹਾਲਤ ਇਹ ਪਿਆ ਵੀ ਗਰੋਸਰੀ ਵੀ, ਟਮਾਟਰ ਲੈਣੇ ਹੁਣ ਤੇ 3 ਵਾਰੀ ਚੁੱਕ ਕੇ ਲੇਡੀਜ਼ ਰੱਖ ਦਿੰਦੀਆਂ, ਨਹੀਂ ਇਹ ਮਹਿੰਗੇ ਆ। ਪਿਆਜ਼ ਲੈਣੇ ਹੁਣ ਤੇ ਪਿਛਲੇ 6 ਮਹੀਨਿਆਂ ਤੋਂ $15 ਦਾ ਇੱਕ ਤੋੜਾ ਜਿਹਾ ਮਿਲਦਾ, 8-10 ਪਾਉਂਡ ਦਾ। ਹਾਲਾਤ ਤੇ ਹੁਣ ਇਹ ਬਣੇ ਪਏ ਵੀ ਲੋਕਾਂ ਦੀ ਅਫੋਰਡੇਬਿਲਟੀ ਹੈ ਨਹੀਂ। ਤੇ ਦੂਜੇ ਪਾਸੇ ਜੇ ਆਪਾਂ ਪ੍ਰਾਈਵੇਟ ਇੰਸ਼ੋਰੈਂਸ ਵਾਲੇ ਪਾਸੇ ਜਾਂਦੇ ਹਾਂ ਤੇ ਫਿਰ ਇਹ ਲੋਕਾਂ ਨੂੰ ਕਿਸ ਪਾਸੇ ਧੱਕ ਦਾਂਗੇ ਆਪਾਂ? ਡਾਕਟਰ ਸਾਹਿਬ, ਡਗ ਫੋਰਡ ਹੋਰਾਂ ਨੇ ਜਿਵੇਂ ਤੁਸੀਂ ਦੱਸਿਆ ਹੈ ਕਿ ਟਰੂਡੋ ਹੋਰਾਂ ਦੇ ਨਾਲ ਸਪੋਰਟ ਕਰਦੇ ਨੇ। ਅੱਜ ਇੱਕ ਬਿਆਨ ਆਇਆ ਸੀ ਉਹਨਾਂ ਦਾ ਕਿ ਜਿਹੜੇ 5 ਲੱਖ ਇਮੀਗ੍ਰੈਂਟ ਲੈਣੇ ਨੇ ਅਸੀਂ ਵੈਲਕਮ ਕਰਦੇ ਹਾਂ ਉਹਦਾ, ਕਿਉਂਕਿ ਜ਼ਰੂਰਤ ਹੈ ਸਟੇਟ ਨੂੰ ਵੀ। ਸਾਡੇ ਕੋਲ 5,87,000 ਜੋਬ ਅੰਟਾਰੀਓ 'ਚ ਨੇ ਜਿਹੜੀਆਂ ਸਾਨੂੰ ਚਾਹੀਦੀਆਂ ਨੇ। ਪਰ ਨਾਲ ਦੀ ਨਾਲ ਉਹਨਾਂ ਕਿਹਾ ਕਿ ਜਿਹੜੀ ਉਹਨਾਂ ਲਈ ਘਰਾਂ ਦੀ ਜ਼ਰੂਰਤ ਹੈ ਉਹ ਬੜੀ ਜ਼ਬਰਦਸਤ ਸਾਨੂੰ ਲੋੜ ਹੈ। ਤੇ ਅਸੀਂ ਹੁਣ ਇਹ ਪਲਾਨ ਕਰ ਰਹੇ ਹਾਂ ਕਿ ਜਿਹੜੀਆਂ ਗ੍ਰੀਨ ਲੈਂਡ ਛੱਡੀਆਂ ਹੋਈਆਂ ਨੇ ਉੱਥੇ ਅਸੀਂ ਜਿਹੜੀ ਕੰਸਟਰਕਸ਼ਨ ਕਰਾਂਗੇ। ਇਹਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ? ਜਿਹੜੀਆਂ ਇੱਥੇ এনवायरमेंट ਦੇ ਪੱਖ ਤੋਂ ਜਿਹੜੀਆਂ ਗ੍ਰੀਨ ਲੈਂਡ ਨੇ, ਪਾਰਕ ਨੇ, ਇਹ ਬਹੁਤ ਇੰਪੋਰਟੈਂਟ ਸਮਝੀਆਂ ਜਾਂਦੀਆਂ ਨੇ।
ਤੇ ਜੇ ਹੁਣ ਆਪਾਂ ਗ੍ਰੀਨਲੈਂਡ ਨੂੰ ਵੀ ਕੰਡੋਮੀਨੀਅਮ ਬਣਾ ਦਿਆਂਗੇ ਤੇ ਫਿਰ ਆਪਣਾ ਸਾਹ ਨਹੀਂ ਘੁੱਟੂਗਾ। ਨਹੀਂ ਨਹੀਂ, ਇਦਾਂ ਨਹੀਂ ਹੁੰਦਾ। ਕੈਨੇਡਾ ਦੇ ਵਿੱਚ ਅਜੇ ਬਹੁਤ ਜ਼ਿਆਦਾ ਜ਼ਮੀਨ ਹੈਗੀ ਹੈ। ਗ੍ਰੀਨਲੈਂਡ ਉਹਨਾਂ ਨੇ ਕਿਹਾ ਕਿ ਅਸੀਂ 100 ਏਕੜ ਜ਼ਮੀਨ ਜਿਹੜੀ ਹੈ ਉਹਦੇ ਵਿੱਚ ਮਕਾਨ ਬਣਾਵਾਂਗੇ, ਔਰ 9400 ਏਕੜ। ਤੁਸੀਂ ਨਾ ਸੈਕੰਡ ਵੀ ਉਹਦਾ ਫੇਸ ਦੇਖਿਆ ਕਰੋ। ਅਲਟੀਮੇਟਲੀ ਤੁਸੀਂ ਕਿੱਥੇ ਬਣਾਓਗੇ ਮਕਾਨ? ਜੇ ਤੁਸੀਂ ਮਕਾਨ ਬਣਾਣੇ ਆ, ਉਹਨਾਂ ਨੇ ਕਿਹਾ ਅਸੀਂ 5400 ਏਕੜ ਦੇ ਵਿੱਚ ਮਕਾਨ ਬਣਾਵਾਂਗੇ, 9400 ਏਕੜ ਦੇ ਵਿੱਚ ਗ੍ਰੀਨ ਏਰੀਆ ਕ੍ਰੀਏਟ ਕਰਾਂਗੇ। ਸੋ ਮਤਲਬ ਹਰ ਗੱਲ ਨੂੰ ਆਪਾਂ ਨਾ ਨੈਗੇਟਿਵ ਨਾ ਲਿਆ ਕਰੀਏ। ਆਫਟਰ ਲੋਕਾਂ ਨੇ ਕਿਤੇ ਨਾ ਕਿਤੇ ਤਾਂ ਰਹਿਣਾ। ਤੁਸੀਂ ਮਤਲਬ ਤੁਹਾਡੇ ਕੋਲ ਜਗ੍ਹਾ ਹੈਗੀ ਆ ਬਰੈਂਪਟਨ 'ਚ ਕਿਤੇ? ਹੁਣ ਨਹੀਂ ਅਗਰ ਡਾਕਟਰ ਬਰੈਂਪਟਨ 'ਚ ਸਾਹਿਬ, ਜਗ੍ਹਾ, ਵੈਸੇ ਨਹੀਂ ਪਲਾਨ ਨਹੀਂ ਮੈਂ ਇਦਾਂ ਦੱਸਦਾ, ਨਹੀਂ ਹੋਣੀ ਚਾਹੀਦੀ ਕਿ ਨਵੇਂ ਸ਼ਹਿਰ ਵਸਾਏ ਜਾਣ। ਕੈਨੇਡਾ ਤਾਂ ਇੰਨਾ ਵੱਡਾ ਆ, ਆਪਾਂ ਜ਼ਰੂਰੀ ਹੈ ਕਿ ਟੋਰਾਂਟੋ ਦੀ ਗ੍ਰੀਨਲੈਂਡ ਖਰਾਬ ਕਰਕੇ ਇੱਥੇ ਹੀ ਸਾਰਿਆਂ ਨੂੰ ਇਕੱਠੇ ਉਹ ਕਰ ਦੇਣਾ। ਟੋਰਾਂਟੋ ਦੀ ਗ੍ਰੀਨਲੈਂਡ ਨਹੀਂ ਖਰਾਬ ਹੋ ਰਹੀ। ਤੁਸੀਂ ਇਹ ਹਾਂਜੀ ਦੇਖੋ ਕਿ ਤੁਸੀਂ ਕਿੰਗ ਸਟਰੀਟ ਦੇ ਜੀ ਡਾਕਟਰ ਸਾਹਿਬ, ਆਵਾਜ਼ ਤੁਹਾਡੀ ਫੇਰ ਕਿਤੇ ਰੁਕ ਗਈ। ਉਹਨਾਂ ਨੇ ਫੋਟੋ ਲਗਾਈ ਹੈ। ਹਾਂ ਨਹੀਂ, ਆਵਾਜ਼ ਆ ਗਈ, ਆਵਾਜ਼ ਤੁਹਾਡੀ ਆ ਗਈ ਜੀ, ਠੀਕ ਆ, ਹਾਂਜੀ ਬੋਲੋ। ਹਾਂਜੀ, ਉਹ ਜਿਹੜਾ ਕਿੰਗ ਸਟਰੀਟ ਦੇ ਅੱਗੇ ਕੈਨੇਡਾ ਦਾ ਏਰੀਆ ਹੈਗਾ, ਉਹ ਕਹਿੰਦੇ ਨੇ ਕਿ ਅਸੀਂ ਨਹੀਂ ਇੱਥੇ ਵਸਣ ਦੇਣਾ। ਹਰ ਆਦਮੀ ਜਿਹੜਾ ਨਾ ਆਪਣੀ ਬਾਰੇ ਸੋਚਦਾ, ਹਰ ਜਿਹੜੀ ਕਾਉਂਟੀ ਆ ਆਪਣੇ ਬਾਰੇ ਸੋਚਦਾ ਹੈ। ਲੇਕਿਨ ਕਿਤੇ ਲੋਕਾਂ ਨੇ ਤੇ ਵਸਣਾ, ਲੋਕਾਂ ਨੂੰ ਵਸਣ ਲਈ ਜਗ੍ਹਾ ਚਾਹੀਦੀ ਹੈ। ਕਿਤੇ ਕੈਨੇਡਾ ਜਿਹੜਾ ਕਿਆ 37 ਮਿਲੀਅਨ ਦੇ ਨਾਲ ਸਾਰੇ ਦਾ ਸਾਰਾ ਉਹਦੀ ਗ੍ਰੀਨਰੀ ਖਤਮ ਹੋ ਜਾਏਗੀ? ਅਰੇ ਭਾਈ, ਦੁਨੀਆ ਦੇ ਵਿੱਚ ਪ੍ਰੈਕਟੀਕਲ ਬਣੋ। ਜਿੱਥੇ ਮਕਾਨ ਬਣਨੇ ਚਾਹੀਦੇ ਨੇ ਉੱਥੇ ਬਣਨ ਦਿਓ, ਕਿਉਂਕਿ ਲੋਕ ਜਿੱਥੇ ਪਸੰਦ ਕਰਦੇ ਨੇ। ਦੇਖੋ ਲੋਕਾਂ ਦੇ ਵਿੱਚ ਨਾ ਜਦੋਂ ਬਾਹਰੋਂ ਆਉਂਦਾ ਨਾ ਕੋਈ ਬੰਦਾ, ਸਾਈਕੋਲੋਜੀਕਲ ਬਹੁਤ ਵੱਡਾ ਉੱਤੇ ਇਫੈਕਟ ਪੈਂਦਾ। ਸਾਈਕੋਲੋਜੀਕਲੀ ਹੀ ਵਾਂਟਸ ਔਰ ਸ਼ੀ ਵਾਂਟਸ ਟੂ ਲਿਵ ਅਮੰਗ देयर ओन ਕਮਿਊਨਿਟੀ। ਔਰ ਉਹ ਕਮਿਊਨਿਟੀ ਕਿੱਥੇ ਆ? ਉਹ ਕਮਿਊਨਿਟੀ ਹੈਗੀ ਆ ਜਾਂ ਵੈਨਕੂਵਰ ਦੇ ਵਿੱਚ, ਜਾਂ ਟੋਰਾਂਟੋ ਦੇ ਵਿੱਚ, ਜਾਂ ਕੈਲਗਰੀ 'ਚ, ਜਾਂ ਐਡਮਿੰਟਨ 'ਚ, ਜਾਂ ਮੌਂਟਰੀਅਲ ਦੇ ਵਿੱਚ। ਜਾਂ ਤੁਸੀਂ ਆਪਣੇ ਮਤਲਬ ਹੁਣ ਤਾਂ ਮੈਂ ਸਮਝਦਾ ਕਿ ਜਿਹੜਾ ਜੀਟੀ ਹੈ, ਇਟ ਇਜ਼ ਰਾਈਟ ਫਰੋਮ ਨਿਆਗਰਾ ਫਾਲਸ ਟਿਲ ਕਿੰਗ ਸਿਟੀ। ਸੋ ਇਹ ਜਿਹੜਾ ਏਰੀਆ ਹੈਗਾ, ਆਫਟਰ ਆਲ ਇਹਨੇ ਡਿਵੈਲਪ ਹੋਣਾ, ਲੇਕਿਨ ਇਸ ਤੋਂ ਅੱਗੇ ਏਰੀਆ ਖਾਲੀ ਪਿਆ। ਤੁਸੀਂ ਕਦੀ ਟਰੈਵਲ ਕਰਕੇ ਦੇਖਿਆ? ਇੱਥੋਂ ਤੋਂ ਲੈ ਕੇ ਕਦੀ ਜਾਓ ਥੰਡਰ ਦੇ, ਤੁਹਾਨੂੰ ਪਤਾ ਲੱਗੇ ਕੋਈ ਮਕਾਨ ਨਹੀਂ ਮਿਲਦਾ 100 ਮੀਲ ਦੇ ਵਿੱਚ। ਨਹੀਂ ਨਹੀਂ, ਉਹੀ ਮੈਂ ਕਹਿ ਰਿਹਾ ਸੀ ਡਾਕਟਰ ਸਾਹਿਬ, ਵੀ ਜਿੱਥੇ ਸਾਡੇ ਕੋਲ ਸਪੇਸ ਹੈਗੀ, ਜੇ ਕੋਈ ਕਾਉਂਟੀ ਨਹੀਂ ਬਣ ਦਿੰਦੀ ਤੇ ਇਹ ਤੇ ਅਰੇ ਉਹਨਾਂ ਦੀ ਭਾਈ ਵੀ ਨਵਾਂ ਭੁਲੇਖੀ ਹੈ ਨਾ। ਜੇ ਹੁਣ ਕੈਨੇਡਾ ਨਵਾਂ ਵਾਲੇ ਆਦਮੀ ਕਹਿਣ ਵੀ ਨਹੀਂ, ਸਾਡੇ ਚੋਂ ਹਾਈਵੇ ਵੀ ਨਹੀਂ ਨਿਕਲ ਸਕਦਾ, ਸਾਡੇ 'ਚ ਕੋਈ ਕੰਸਟਰਕਸ਼ਨ ਵੀ ਨਹੀਂ ਹੋ ਸਕਦੀ, ਅਸੀਂ ਤੇ ਇਦਾਂ ਹੀ ਰਹਿਣਾ ਜਿੱਦਾਂ ਰਹਿਣਾ, ਤੇ ਫਿਰ ਉਹ ਤੇ ਉਹਨਾਂ ਦੇ ਕਬੀਲੇ ਵਾਲੀ ਗੱਲ ਹੋ ਗਈ ਨਾ, ਵੀ ਸਾਡੀ ਮਰਜ਼ੀ ਚੱਲੂਗੀ। ਨਹੀਂ, ਇਸੇ ਕਰਕੇ ਮੈਂ ਕਹਿੰਦਾ ਨਾ, ਜਿਹੜਾ ਨਵਾਂ ਆਦਮੀ ਆ ਉਹਨੂੰ ਜੌਬ ਚਾਹੀਦੀਆਂ ਨੇ। ਜੌਬ ਨਹੀਂ ਹੈਗੀਆਂ ਫੀਲਡ, ਇੱਥੋਂ 200 ਮੀਲ ਬਾਹਰ ਨਿਕਲ ਜਾਓ, ਉੱਥੇ ਜੌਬ ਨਹੀਂ ਹੈਗੀਆਂ। ਉੱਥੇ ਤੁਸੀਂ 400 ਮਕਾਨ ਬਣਾ ਦਿਓ, ਉੱਥੇ ਜੌਬ ਕੋਈ ਨਹੀਂ ਹੈਗੀ। ਫੇਰ ਜੀ ਕਿਆ 200 ਮੀਲ ਇੱਥੇ ਚੱਲ ਕੇ ਆਣਗੇ? ਫੌਰੀ ਤੌਰ ਤੇ ਠੀਕ ਜੌਬ ਹੈ ਡਾਕਟਰ ਸਾਹਿਬ, ਫੌਰੀ ਤੌਰ ਤੇ ਇਦਾਂ ਹੀ ਹੁੰਦਾ, ਪਰ ਜਦੋਂ ਇੱਕ ਹਾਈਵੇ ਬਣਦਾ, ਉੱਥੇ ਡਿਵੈਲਪਮੈਂਟ ਹੁੰਦੀਆਂ, ਉੱਥੇ ਆਪਣੇ ਆਪ ਕੰਪਨੀਆਂ ਪਹੁੰਚ ਜਾਂਦੀਆਂ ਨੇ। ਜਿੱਥੇ ਵਸੋਂ ਹੋਵੇ, ਬਾਜ਼ਾਰ ਚਾਹੀਦਾ ਹੁੰਦਾ ਕੋਈ ਕੰਪਨੀਆਂ ਨੂੰ, ਕੰਪਨੀਆਂ ਨਹੀਂ ਲੇਬਰ ਚਾਹੀਦੀ ਪਹੁੰਚਦੀਆਂ ਹੁੰਦੀ ਆ। ਹਰਜੀਤ ਜੀ। ਜੇ ਮੈਨੂੰ ਪਲਾਨਿੰਗ ਇੱਥੇ ਨਾਲ 60 ਸਾਲ ਹੋ ਗਏ, ਮੈਨੂੰ ਇੱਥੋਂ ਮਾਫ ਕਰਨਾ, ਕੋਈ ਕੰਪਨੀਆਂ ਨਹੀਂ ਪਹੁੰਚੀਆਂ। 60 ਸਾਲ ਹੋ ਗਏ। ਹਾਂ ਕੰਪਨੀਆਂ ਉੱਥੇ ਹੀ ਪਹੁੰਚੀਆਂ ਨੇ ਜਿੱਥੇ ਇਰਦ ਗਿਰਦ ਲੋਕ, ਜਿੱਥੇ ਕੰਪਨੀਆਂ ਨੂੰ ਵੀ ਘੱਟ ਤੋਂ ਘੱਟ ਇਹ ਡਿਸਟੈਂਸ ਪੂਰਾ ਕਰਨਾ ਪਵੇ। ਕੰਪਨੀਆਂ ਹਾਂ ਵੀ ਇਹ ਨਹੀਂ ਚਾਹੁੰਦੀਆਂ ਵੀ ਅਸੀਂ 200 ਕਿਲੋਮੀਟਰ ਚੱਲ ਕੇ ਤੇ ਆਪਣੀਆਂ ਚੀਜ਼ਾਂ ਨੂੰ ਲੈ ਕੇ ਆਈਏ। ਕੰਪਨੀਆਂ ਵੀ ਜਿਹੜੀਆਂ ਨੇ ਉਹ ਵੀ ਬਹੁਤ ਮਤਲਬ ਪ੍ਰੋਫਿਟ ਮੋਟਿਵ ਕੰਪਨੀਆਂ ਨੇ। ਉਹ ਕੋਈ ਕੰਪਨੀਆਂ ਇਹ ਨਹੀਂ ਹੈਗੀਆਂ ਕਿ ਹਰਜੀਤ ਨੇ ਕਹਿਤਾ ਲਓ ਜੀ 200 ਮੀਲ ਬਾਹਰ ਬਣਾ ਲਓ ਤੇ ਉੱਥੇ ਅਸੀਂ ਹਾਈਵੇ ਬਣਾ ਦਿੰਦੇ। ਹਾਈਵੇ ਬਣਨੇ, ਤੁਸੀਂ ਮੈਨੂੰ ਇਹ ਦੱਸੋ, ਪਤਾ ਨਹੀਂ ਤੁਹਾਨੂੰ ਕਿੰਨੀ ਦੇਰ ਹੋ ਗਈ ਇੱਥੇ ਆਇਆ, ਤੁਸੀਂ ਕੋਈ ਨਵਾਂ ਹਾਈਵੇ ਦੇਖਿਆ ਇੱਥੇ ਬਣਦਾ? ਨਾ, ਕੋਈ ਨਹੀਂ ਬਣਿਆ ਜੀ, ਵਾਕਿਆ ਨਹੀਂ ਕੋਈ ਬਣਿਆ ਉਦੋਂ ਦਾ। ਪਿਛਲੇ 18 ਸਾਲਾਂ ਤੋਂ ਬਣਨਾ ਕੋਈ ਹੀ ਨਹੀਂ ਬਣਿਆ ਨਹੀਂ, ਜੀ। ਬਣਨਾ ਹੀ ਨਹੀਂ। ਹਾਂਜੀ, ਹੁਣ ਇੱਕ ਬਣਨਾ ਹੀ ਨਹੀਂ ਹੈਗਾ, ਕਿਉਂਕਿ ਰੀਜ਼ਨ ਇਜ਼ ਵੈਰੀ ਸਿੰਪਲ ਕਿ ਦੇਰ ਇਜ਼ ਨੋ ਮਨੀ ਵਿਦ ਦਾ ਗਵਰਨਮੈਂਟ। ਕਿਸੇ ਵੀ ਗਵਰਨਮੈਂਟ ਕੋਲ, ਤੁਸੀਂ ਕੈਨੇਡਾ ਛੱਡੋ, ਕੈਨੇਡਾ ਵੀ ਅੱਜ ਦੁਨੀਆ ਦੇ ਮਤਲਬ ਸੈਕੰਡ ਬੈਸਟ ਇਕਨੋਮੀ ਹੈਗੀ ਆ, ਲੇਕਿਨ ਉਹਦੇ ਬਾਵਜੂਦ ਤੁਸੀਂ ਉਹ ਕੰਟਰੀਆਂ ਨੂੰ ਸੋਚੋ, ਤੁਸੀਂ 193 ਕੰਟਰੀਆਂ ਨੇ ਯਾਰ। ਕਦੀ ਅਫਰੀਕਾ ਦੀ ਗੱਲ ਕਰਿਆ ਕਰੋ, ਕਦੀ ਸਾਊਥ ਅਮਰੀਕਾ ਦੀ ਗੱਲ ਕਰਿਆ ਕਰੋ,
ਤੁਸੀਂ ਤੇ ਅਮੀਰਾਂ ਕੰਟਰੀਆਂ ਦੀਆਂ ਪਰ ਗੱਲਾਂ ਡਾਕਟਰ ਕਰਦੇ ਹੋ। ਸਾਹਿਬ ਜਿਹੜੇ ਯੂਰਪ ਵਾਲੇ ਕੰਟਰੀ ਨੇ ਜਿਹੜਾ ਉਹ ਇਨਫਰਾਸਟ੍ਰਕਚਰ ਬਣਾ ਕੇ ਬੈਠੇ ਆ ਉਹ ਬੜੀ ਰੀੜ ਦੀ ਹੱਡੀ ਹੁੰਦਾ ਬੁਨਿਆਦੀ ਤੌਰ ਤੇ ਜਿਹੜਾ ਟਰਾਂਸਪੋਰਟੇਸ਼ਨ ਵਾਲਾ ਸਿਸਟਮ ਹੈ ਉਹ ਕਿਸੇ ਕੰਟਰੀ ਦੀ ਇਕਨੋਮੀ ਨੂੰ ਬਹੁਤ ਜ਼ਿਆਦਾ ਮਤਲਬ ਸਪੋਰਟ ਕਰਦਾ ਹੁੰਦਾ ਕਿਤੇ ਨਾ ਕਿਤੇ। ਤੁਸੀਂ ਹੁਣ ਅਜੀਤ ਜੀ ਯੂਰਪ ਦੀਆਂ ਸੜਕਾਂ ਜਦੋਂ ਵੇਖਦੇ ਆ ਤੇ ਆਪਣਾ ਜਦੋਂ ਇੱਥੇ ਸਿਸਟਮ ਵੇਖਦੇ ਹਾਂ ਅਮਰੀਕਾ 'ਚ ਵੀ ਕਾਫੀ ਕੁਝ ਸਾਡੇ ਨਾਲੋਂ ਬਿਹਤਰ ਹੈ ਭਾਵੇਂ ਉਹ ਪੁਰਾਣਾ ਬਣਿਆ ਹੋਇਆ। ਸਾਨੂੰ ਇਹ ਲੱਗਦਾ ਸੀ ਕਿ ਜਿੱਧਰ ਨੂੰ ਝਾਤੀ ਮਾਰੋ ਕਰੇਨਾਂ ਲੱਗੀਆਂ ਹੋਈਆਂ ਨੇ ਕੰਮ ਚੱਲ ਰਹੇ ਨੇ ਪਰ ਕਿਤੇ ਨਾ ਕਿਤੇ ਉਹ ਵੀ ਜੋਸ਼ ਮੱਧਮ ਪੈ ਗਿਆ ਹੁਣ ਹਾਲਾਤ ਦੇ ਮੁਤਾਬਕ। ਹਰਜੀਤ ਜੀ ਮੈਂ ਆਈ ਲਵ ਯੂ, ਪਰ ਮੈਨੂੰ ਬੜਾ ਅਫਸੋਸ ਆਉਂਦਾ ਕਿ ਯੂਰਪ ਜਿਹੜਾ ਹੈ, ਸਾਰਾ ਯੂਰਪ ਹਾਂਜੀ ਇੱਕ ਕਿਊਬਿਕ ਔਰ ਓਨਟੇਰੀਓ ਦੇ ਵਿੱਚ ਵੱਸ ਜਾਂਦਾ ਜੀ ਸਾਰਾ ਇਹ ਤਾਂ ਯੂਰਪ। ਹੈ ਏਰੀਆ ਤਾਂ ਵਾਕਈ ਠੀਕ ਹੈ ਜੀ। ਮਤਲਬ ਯੂ ਹੈਵ ਟੂ ਕੰਸੀਡਰ ਇਟਸ ਏਰੀਆ ਇਜ਼ ਸੋ ਸਮਾਲ। ਤੁਸੀਂ ਅੱਜ ਇਹ ਕਹੋ ਕਿ ਮੈਂ ਤੇ ਹੈਰਾਨ ਹਾਂ ਕਿ ਕੈਨੇਡਾ ਦੇ ਵਿੱਚ ਜਦੋਂ 18th ਸੈਂਚੁਰੀ ਦੇ ਵਿੱਚ ਰੇਲ ਗੱਡੀ ਵੈਨਕੂਵਰ ਤੋਂ ਲੈ ਕੇ ਹਾਂਜੀ ਤੇ ਹੈਲੀਫੈਕਸ ਤੱਕ ਬਣੀ, ਹਾਲਾਂਕਿ ਉਹਦੇ ਚ ਲੱਖਾਂ ਲੋਕ ਹਜ਼ਾਰਾਂ ਚਾਈਨੀਜ਼ ਨੇ ਜਾਨਾਂ ਦੇ ਦਿੱਤੀਆਂ। ਚਾਈਨੀਜ਼ ਨੂੰ ਲੈ ਕੇ ਆਏ ਸੀ ਜੀ ਜੀ ਉਹ ਹਾਂ ਰੇਲ ਬਣਾਉਣ ਲਈ, ਹਾਂਜੀ। ਹਜ਼ਾਰਾਂ ਚਾਈਨੀਜ਼ ਮਾਰੇ ਗਏ। ਬਾਅਦ ਪਰ ਚ ਟੈਕਸ ਵੀ ਦੇਖੋ ਲੱਗਿਆ ਰਿਹਾ ਉਹਨਾਂ ਤੇ। ਤੁਸੀਂ ਦੇਖੋ ਰੇਲ ਕਿੱਥੋਂ ਬਣੀ, ਵੈਨਕੂਵਰ ਤੋਂ ਲੈ ਕੇ ਹੈਲੀਫੈਕਸ ਤੱਕ 3000-4000 ਕਿਲੋਮੀਟਰ ਦੀ ਉਸ ਜ਼ਮਾਨੇ ਦੇ ਵਿੱਚ। ਸੋ ਉਹ ਜਿਹੜਾ ਯੂਰਪ ਹੈ ਨਾ ਉਹ ਤੇ ਹੈ ਹੀ ਵੱਧ ਤੋਂ ਵੱਧ ਕਿੰਨਾ 1000 ਕਿਲੋਮੀਟਰ ਹੋਏਗਾ, ਦੈਟਸ ਆਲ। ਸਾਰਾ ਉੱਥੋਂ ਦਾ ਜਿਹੜਾ ਸਿਸਟਮ ਹੈ ਉਹਦੇ ਨਾਲ ਸਾਨੂੰ ਕਦੀ ਕੰਪੇਅਰ ਨਹੀਂ ਕਰਨਾ ਚਾਹੀਦਾ। ਦੈਟ ਵਾਸ देयर ਨੀਡ, ਸੋ ਦੇ ਡਿਡ ਇਟ ਐਂਡ ਦੇ ਕੁਡ ਡੂ ਇਟ ਐਟ ਦੈਟ ਟਾਈਮ। ਹੁਣ ਅੱਜ ਕਹੋ, ਅੱਜ ਮੈਨੂੰ ਤੁਸੀਂ ਇਹ ਦੱਸੋ ਕਿ ਕੋਈ ਯੂਰਪ ਕभी ਅਸੀਂ ਇੱਕ ਨਵੀਂ ਮਤਲਬ ਲਾਈਨ ਬਣਾਉਣੀ ਹੈ, ਉਹਨਾਂ ਤੋਂ ਮੁਸੀਬਤ ਪੈ ਗਈ, ਉਹਨਾਂ ਕੋਲ ਪੈਸਾ ਹੀ ਹੈ ਨਹੀਂ। ਹਾਂ ਹੁਣ ਤਾਂ ਇਕਨੋਮੀ ਵਰਲਡ ਵਾਈਡ ਹੀ ਇਹ ਹਾਲ ਹੈ। ਪਰ ਡਾਕਟਰ ਸਾਹਿਬ ਜਿਹੜੀ ਭੁੱਖ ਹੁੰਦੀ ਹੈ ਨਾ ਧਰਤੀਆਂ ਦੀ, ਚਾਈਨਾ ਕਿੱਡਾ ਵੱਡਾ ਮੁਲਕ ਆ ਉਹ ਨਿੱਕਾ ਨਿੱਕਾ ਨੂੰ ਖੋਣ ਨੂੰ ਫਿਰਦਾ, ਰਸ਼ੀਆ ਜਿਹੜਾ ਮੁਲਕ ਕਿਹੜਾ ਉਹ ਨਹੀਂ ਕਿਸੇ ਨੂੰ ਜੀਣ ਦਿੰਦਾ। ਤੇ ਜੇ ਵੱਡੇ ਲੈਂਡਲਾਰਡ ਹੋਣ ਦਾ ਮਾਣ ਵੀ ਤੇ ਸਾਡੇ ਕੋਲ ਹੀ ਆ ਨਾ ਵੀ ਕੈਨੇਡਾ ਦੁਨੀਆ ਦਾ ਸੈਕੰਡ ਲਾਰਜੈਸਟ ਕੰਟਰੀ ਆ, ਫਿਰ ਕੀ ਹੋਇਆ। ਦੇਖੋ ਮੈਂ ਚਾਈਨਾ ਦੀ ਤੁਸੀਂ ਗੱਲ ਕੀਤੀ, ਕਦੀ ਮੇਰੇ ਨਾਲ ਗੱਲ ਕਰਦਾ। ਚਾਈਨਾ ਦੇ ਵਿੱਚ in 30 years China has got double the highways than America. China has got triple the faster trains than anywhere in the world. China has got and one of the best अपना की कहते हैं infrastructure anywhere in the world at this moment. So ਚਾਈਨਾ ਦੀ ਗੱਲ ਜਿਹੜੀ ਹੈ ਨਾ ਅਗਲਾ ਜੋ ਹੁਣ ਚਾਈਨਾ ਦਾ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਸਮਾਂ ਹੋ ਗਿਆ ਸ਼ਸ਼ੀਰ ਹੋਰਾਂ ਦੇ ਆਉਣ ਦਾ। ਬਹੁਤ ਡਾਕਟਰ ਸਾਹਿਬ ਵਧੀਆ ਵੈਲਿਊਏਬਲ ਗੱਲਾਂ ਤੁਸੀਂ ਕਰਦੇ ਹੋ, ਜਿੱਦਣ ਆਉਂਦੇ ਹੋ ਲਗਾਤਾਰਤਾ ਆਪਣੇ ਬਣਾਈ ਰੱਖੀਏ। ਬਹੁਤ ਚੰਗਾ ਲੱਗਦਾ, ਤੁਹਾਡੇ ਕੋਲ ਬਹੁਤ ਕੁਝ ਸਿੱਖਣ ਨੂੰ ਮਿਲਦਾ ਔਰ ਖਾਸ ਕਰਕੇ ਜਿਹੜੀਆਂ ਇੰਟਰਨੈਸ਼ਨਲ ਗੱਲਾਂ ਬਾਤਾਂ ਨੇ ਉਹ ਤੁਹਾਡੇ ਕੋਲੋਂ ਬਹੁਤ ਵਧੀਆ ਤਰੀਕੇ ਨਾਲ ਸਮਝੀਆਂ ਜਾ ਸਕਦੀਆਂ। ਬਹੁਤ ਬਹੁਤ ਸ਼ੁਕਰੀਆ ਸਰ। ਨਹੀਂ ਅਜੀ ਕੋਈ ਗੱਲ ਨਹੀਂ, ਕਦੀ ਪੰਜਾਬ ਹਿੰਦੁਸਤਾਨ ਦੀ ਵੀ ਗੱਲ ਕਰ ਲਓ, ਮੈਨੂੰ ਆਈ ਨੋ ਅਬਾਊਟ ਦੈਟ ਆਲਸੋ। ਲੇਕਿਨ ਮੈਨੂੰ ਪਤਾ ਲੱਗ ਗਿਆ ਮੈਂ ਤੁਹਾਡੇ ਨਾਲ ਫੋਨ ਤੇ ਗੱਲ ਕਰ ਸਕਦਾ, ਮੈਂ ਇੰਡੀਆ ਤੋਂ ਵੀ ਗੱਲ ਕਰ ਲਾਂ। ਠੀਕ ਹੈ ਡਾਕਟਰ ਸਾਹਿਬ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ। ਥੈਂਕ ਯੂ।